नमस्कार देश दुनिया में एसडीटीवी प्राइम देख रहे सारे दर्शकों का स्वागत। मैं हाँ शमी डावरा ਤੇ ਮੈਂ ਹਾਂ ਜੀ ਰਣ ਬਹਾਦਰ ਸਿੰਘ। ਦੋਸਤੋ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਲੈ ਕੇ ਆਏ ਹਾਂ ਪ੍ਰੋਗਰਾਮ ਇਨਸਾਈਡ ਖਬਰ ਤੇ ਇਨਸਾਈਡ ਖਬਰ ਦੇ ਵਿੱਚ ਰਾਣਾ ਜੀ ਬਹੁਤ ਸਾਰੀਆਂ ਖਬਰਾਂ ਨੇ ਇਸ ਵਾਰ, ਲੇਕਿਨ ਸਭ ਤੋਂ ਪਹਿਲਾਂ ਉਹੀ ਖਬਰ ਲੈਣੀ ਹੈ ਜਿਹੜੀ ਅਸੀਂ ਅਕਸਰ ਲੈਂਦੇ ਹਾਂ ਕਿਸਾਨੀ ਅੰਦੋਲਨ ਨੂੰ ਲੈ ਕੇ। ਕਿਸਾਨੀ ਅੰਦੋਲਨ ਦੇ ਵਿੱਚ ਇੱਕ ਨਵਾਂ ਜਿਹੜਾ ਮੋੜ ਆਇਆ ਉਹ ਹੈ ਕਿ 13 ਨਵੰਬਰ ਨੂੰ ਪਹਿਲੀ ਮੀਟਿੰਗ ਹੋ ਚੁੱਕੀ ਹੈ। ਪਹਿਲੀ ਮੀਟਿੰਗ ਤਾਂ ਹਾਲਾਂਕਿ ਬਹੁਤ ਪਹਿਲਾਂ ਹੋਈ ਸੀ ਜਦੋਂ ਕਿਸਾਨ ਵਾਪਸ ਆ ਗਏ ਸੀ, ਲੇਕਿਨ ਦੁਬਾਰਾ ਸੱਦਿਆ ਗਿਆ ਸੀ ਜਦੋਂ ਨਰਿੰਦਰ ਤੋਮਰ ਤੇ ਪਿਊਸ਼ ਗੋਇਲ ਨਾਲ ਇਹਨਾਂ ਦੀ ਹੋਈ ਹੈ ਮੀਟਿੰਗ। ਉਸ ਤੋਂ ਬਾਅਦ ਹੁਣ ਕਿਹਾ ਜਾ ਰਿਹਾ ਕਿ ਇੱਕ ਹੋਰ ਮੀਟਿੰਗ ਦੇ ਲਈ 21 ਤਾਰੀਖ ਨੂੰ ਜਿਹੜਾ ਹੈ ਸਰਕਾਰ ਨੇ ਇਹਨਾਂ ਨੂੰ ਸੱਦਾ ਦਿੱਤਾ ਹੈ ਵੀ ਉੱਥੇ ਆਉਣ ਦਾ। ਕੀ ਸਮਝਦੇ ਹੋ ਵੀ ਕਿਉਂਕਿ 26-27 ਤਰੀਕ ਨੂੰ ਕਿਸਾਨਾਂ ਨੇ ਕਿਹਾ ਕਿ ਅਸੀਂ ਦਿੱਲੀ ਦਾ ਧਾਵਾ ਬੋਲਾਂਗੇ ਤੇ ਕਿਤੇ ਨਾ ਕਿਤੇ ਵੀ ਉਹ ਚੀਜ਼ ਸਰਕਾਰ ਦੇ ਦਿਮਾਗ ਦੇ ਵਿੱਚ ਹੈ, ਇਸ ਲਈ ਇਹ ਹੁਣ 26 ਤਰੀਕ ਤੋਂ ਪਹਿਲਾਂ ਮੀਟਿੰਗ ਬੁਲਾ ਲਈ ਗਈ ਹੈ। ਦੇਖੋ ਜੀ, ਦਿਮਾਗ 'ਚ ਤਾਂ ਦਾਵੜਾ ਸਾਹਿਬ ਹਰੇਕ ਦੇ 'ਚ ਜਿੱਦਾਂ ਤੁਸੀਂ ਕਿਹਾ ਕਿਸਾਨੀ ਅੰਦੋਲਨ ਹੈ। ਬਿਲਕੁਲ, ਅਸੀਂ ਵੀ ਆਪਣੇ ਪ੍ਰੋਗਰਾਮਾਂ 'ਚ ਲਗਭਗ ਕੋਈ ਸਾਡਾ ਪ੍ਰੋਗਰਾਮ ਇੱਦਾਂ ਦਾ ਨਹੀਂ ਹੁੰਦਾ ਜਿਹਦੇ 'ਚ ਅਸੀਂ ਕਿਸਾਨੀ ਅੰਦੋਲਨ ਦੀ ਚਰਚਾ ਨਹੀਂ ਕਰਦੇ। ਜੋ ਵੀ ਨਵੀਂ ਡਿਵੈਲਪਮੈਂਟ ਕਿਸਾਨਾਂ ਦੇ ਪੱਧਰ 'ਤੇ ਜਾਂ ਸਰਕਾਰ ਦੇ ਪੱਧਰ 'ਤੇ ਇਸ ਅੰਦੋਲਨ ਨੂੰ ਸਮੇਟਣ ਲਈ, ਇਹਦਾ ਕੋਈ ਹੱਲ ਕੱਢਣ ਲਈ ਹੁੰਦੀ ਹੈ, ਅਸੀਂ ਇਹਦੇ 'ਚ ਚਰਚਾ ਕਰਦੇ ਹਾਂ। ਤੇ ਹੁਣ ਵੀ ਜਿੱਦਾਂ ਤੁਸੀਂ ਕਿਹਾ 2-3 ਘਟਨਾਕ੍ਰਮ ਨਵੇਂ ਹੋ ਰਹੇ ਨੇ। ਅੱਜ ਇੱਕ ਤਾਂ ਦਾਵੜਾ ਸਾਹਿਬ ਚੰਡੀਗੜ੍ਹ 'ਚ ਮੀਟਿੰਗ ਹੋ ਰਹੀ ਹੈ, ਜਦੋਂ ਅਸੀਂ ਆਪਣਾ ਪ੍ਰੋਗਰਾਮ ਕਰ ਰਹੇ ਹਾਂ ਤੇ ਚਰਚਾ ਉੱਥੇ ਹੋ ਰਹੀ ਹੈ ਕਿ ਅਗਲਾ ਕੋਰਸ ਆਫ ਐਕਸ਼ਨ ਜਿਹੜਾ ਹੈ ਕਿਸਾਨਾਂ ਨੇ ਉਹ ਕੀ ਲੈਣਾ ਹੈ। ਕਿਉਂਕਿ ਜਿੱਦਾਂ ਤੁਸੀਂ ਕਿਹਾ 13 ਤਰੀਕ ਨੂੰ ਜਿਹੜੀ ਹੈ ਮੀਟਿੰਗ ਹੋਈ ਪਿਊਸ਼ ਗੋਇਲ ਤੇ ਨਰਿੰਦਰ ਤੋਮਰ ਜੀ ਨਾਲ, ਉਹਦੇ 'ਚ ਭਾਵੇਂ ਕਿ ਸਿੱਟਾ ਕੁਝ ਨਹੀਂ ਨਿਕਲਿਆ ਜੀ, ਭਾਵੇਂ ਕਿ ਉਹਦੇ 'ਚ ਗੱਲ ਕਿਸੇ ਤਣ ਪੱਤਣ ਜੇ ਨਹੀਂ ਲੱਗੀ ਤੇ ਕਿਸਾਨ ਯੂਨੀਅਨਾਂ ਕਹਿ ਰਹੀਆਂ ਸੀ ਪਹਿਲਾਂ ਤੋਂ ਹੀ ਕਿ ਇੱਕ ਮੀਟਿੰਗ 'ਚ ਕੁਝ ਨਹੀਂ ਹੁੰਦਾ। ਬਿਲਕੁਲ, ਭਾਵੇਂ ਕਿ ਦੋਵਾਂ ਨੇ ਇਹ ਕਿਹਾ ਹੈ ਕਿ ਬੜੇ ਪੋਜ਼ਿਟਿਵ ਐਟਮੋਸਫੀਅਰ 'ਚ ਗੱਲ ਹੋਈ ਹੈ। ਬਿਲਕੁਲ, ਤੇ ਉਹ ਤੋਂ ਬਾਅਦ ਜਿਹੜਾ ਹੈ ਕਿਸਾਨ ਯੂਨੀਅਨ ਨੇ ਇੱਕਦਮ ਫੈਸਲਾ ਲੈਣ ਦੀ ਬਜਾਏ, ਕੁਝ ਕਹਿਣ ਦੀ ਬਜਾਏ, ਉਹਨਾਂ ਨੇ ਕਿਹਾ ਸੀ ਕਿ ਅਸੀਂ ਆਪਣੀ ਮੀਟਿੰਗ ਕਰਾਂਗੇ, ਉਹਦੇ 'ਚ ਅਸੀਂ ਇਹ ਡਿਸਾਈਡ ਕਰਾਂਗੇ ਕਿ ਅਸੀਂ ਜਿਹੜਾ ਹੈ ਆਪਣਾ ਅਗਲੀ ਐਕਸ਼ਨ ਜਿਹੜਾ ਹੈ ਉਹ ਕੀ ਕਰਨਾ ਹੈ, ਸਾਡਾ ਨੈਕਸਟ ਕੋਰਸ ਆਫ ਐਕਸ਼ਨ ਕੀ ਹੋਣਾ। ਸੋ ਉਸ ਲਈ ਅੱਜ ਜਿਹੜੀ ਹੈ ਮੀਟਿੰਗ ਚੰਡੀਗੜ੍ਹ 'ਚ ਹੋ ਰਹੀ ਹੈ, ਇਹ ਦੇਖੀਏ ਕਿ ਉਹਦੇ 'ਚ ਕੀ ਨਿਕਲ ਕੇ ਆਉਂਦਾ ਹੈ। ਕਿਸਾਨ ਜਿਹੜੇ ਹੈ ਉਹ ਨਹੀਂ, ਅੱਜ ਦੀ ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਕਿਹਾ ਵੀ 21 ਤਰੀਕ ਤੇ ਜਾਣ ਤੋਂ ਪਹਿਲਾਂ 20 ਤਰੀਕ ਨੂੰ ਇੱਕ ਵਾਰ ਫਿਰ ਮੀਟਿੰਗ ਕੀਤੀ ਜਾਏਗੀ। 21 ਤਰੀਕ ਤੋਂ ਬਾਅਦ 20 ਨੂੰ ਫਿਰ ਮੀਟਿੰਗ ਕੀਤੀ ਜਾਏਗੀ। ਚਲੋ ਮੀਟਿੰਗ ਦਾ ਸਿਲਸਿਲਾ ਚੱਲਦਾ ਹੈ, ਚੱਲਦਾ ਰਹਿਣਾ ਚਾਹੀਦਾ। ਚੰਗੀ ਗੱਲ ਹੈ ਕਿ ਸਾਰੀਆਂ ਕਿਸਾਨ ਯੂਨੀਅਨ ਹੈ, ਕਿਉਂਕਿ ਯੂਨੀਅਨਾਂ ਬਹੁਤ ਹੈ, 30 ਦੇ ਕਰੀਬ ਯੂਨੀਅਨ ਹੈ, ਉਹਨਾਂ 'ਚ ਇੱਕ ਆਪਸੀ ਸਹਿਮਤੀ, ਇੱਕ ਕਾਮਨ ਮਿਨੀਮਮ ਪ੍ਰੋਗਰਾਮ ਬਣਾਉਣਾ ਉਹ ਕਿਸਾਨਾਂ ਦੀ ਇੱਕ ਜ਼ਿੰਮੇਵਾਰੀ ਹੈਗੀ। ਇਹ ਚੰਗੀ ਗੱਲ ਹੈ। ਤੇ 26-27 ਦਾ ਪ੍ਰੋਗਰਾਮ ਕਿਸਾਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਉਹ ਜਿਹੜਾ ਹੈ ਉਹ ਸਾਡਾ ਐਜ਼ ਇਟ ਇਜ਼ ਰਹੇਗਾ ਦਿੱਲੀ ਚਲੋ ਵਾਲਾ, ਤੇ ਉਹਨੂੰ ਹੁਣ ਟ੍ਰੇਡ ਯੂਨੀਅਨਾਂ ਨੇ ਵੀ ਹਮਾਇਤ ਦਿੱਤੀ ਹੈ। ਟ੍ਰੇਡ ਯੂਨੀਅਨ ਜਿਹੜੀਆਂ ਹੈ ਆਲ ਇੰਡੀਆ ਦੀਆਂ, ਉਹਨਾਂ ਨੇ 26 ਤਰੀਕ ਨੂੰ ਬੰਦ ਦੀ ਕਾਲ ਦਿੱਤੀ ਹੈ ਤੇ ਕਿਸਾਨ ਯੂਨੀਅਨਾਂ ਵੀ ਜਿਹੜੀ ਹੈ ਉਹਦੇ ਨਾਲ ਰਲ ਜਾਣਗੀਆਂ। ਬਿਲਕੁਲ, ਸੋ ਇੱਕ ਬਹੁਤ ਵੱਡਾ ਫਰੰਟ ਜਿਹੜਾ ਹੈ ਸਰਕਾਰ ਦੀਆਂ ਬੇਸਿਕਲੀ ਇਕਨੋਮਿਕ ਪਾਲਿਸੀ ਦੇ ਖਿਲਾਫ ਜਿਹੜਾ ਹੈ ਉਹ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਬਣਦਾ ਜਾ ਰਿਹਾ ਜੀ। ਪਰ ਸਰਕਾਰ ਵੀ ਪੋਜ਼ਿਟਿਵ ਹੈ, ਕਿਤੇ ਨਾ ਕਿਤੇ ਜਿਹੜਾ ਹੈ ਉਹ ਸੰਕੇਤ ਮਿਲ ਰਹੇ ਨੇ। ਕੇਂਦਰ ਸਰਕਾਰ ਵੀ ਅਕਸਰ ਨੂੰ ਚਾਹੁੰਦੀ ਹੈ ਕਿ ਇਹ ਮਾਮਲਾ ਜਿਹੜਾ ਹੈ ਉਹ ਨਜਿੱਠ ਹੋਣਾ ਚਾਹੀਦਾ, ਕਿਉਂਕਿ ਇਕਨੋਮਿਕ ਫਰੰਟ 'ਤੇ ਬੜੀਆਂ ਮੁਸ਼ਕਿਲਾਂ ਪੰਜਾਬ ਨੂੰ ਵੀ ਆ ਰਹੀਆਂ, ਪੰਜਾਬ ਦੇ ਲੋਕਾਂ ਨੂੰ ਵੀ ਆ ਰਹੀਆਂ, ਪੰਜਾਬ ਦੀ ਇੰਡਸਟਰੀ ਨੂੰ ਵੀ ਆ ਰਹੀਆਂ ਤੇ ਫੌਜ ਨੂੰ ਵੀ ਆ ਰਹੀਆਂ ਜੀ। ਸੋ ਇਹ ਪੋਜ਼ਿਟਿਵ ਐਟਮੋਸਫੀਅਰ 'ਚ ਗੱਲਾਂ ਹੋ ਰਹੀਆਂ ਤੇ ਅਸੀਂ ਚਾਹੁੰਦੇ ਹਾਂ, ਸਾਰਾ ਪੰਜਾਬੀ ਹਰੇਕ ਵਿਅਕਤੀ ਚਾਹੁੰਦਾ ਹੈ ਕਿ ਇਹਦਾ ਹੱਲ ਨਿਕਲਣਾ ਚਾਹੀਦਾ। ਕਿਸਾਨ ਬਹੁਤੀ ਦੇਰ ਜਿਹੜਾ ਹੈ ਉਹ ਟੋਲ ਪਲਾਜ਼ਿਆਂ 'ਤੇ ਨਹੀਂ ਬੈਠ ਸਕਦੇ, ਬਹੁਤੀ ਦੇਰ ਉਹ ਆਪਣਾ ਸੰਘਰਸ਼ ਜਿਹੜਾ ਹੈ ਉਹਦਾ ਮੋਮੈਂਟਮ ਬਣਾ ਕੇ ਨਹੀਂ ਰੱਖ ਸਕਦੇ। ਤੁਸੀਂ ਕਿਹਾ ਪੋਜ਼ਿਟਿਵ ਚੀਜ਼ਾਂ ਨਾਲ ਅੱਗੇ ਹੋ ਰਿਹਾ, ਪੋਜ਼ਿਟਿਵ ਮਾਹੌਲ ਬਣ ਰਿਹਾ, ਲੇਕਿਨ ਪੋਜ਼ਿਟਿਵ ਮਾਹੌਲ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ? ਕਿਉਂਕਿ ਇੱਕ ਪਾਸੇ ਤਾਂ ਕੇਂਦਰ ਸਰਕਾਰ ਅੜੀ ਹੋਈ ਹੈ, ਅੱਜ ਵੀ ਜਿਹੜੀ ਹੈ ਉਹ ਗੱਡੀਆਂ ਹਲੇ ਤੱਕ ਵੀ ਰੇਲ ਗੱਡੀਆਂ ਪੰਜਾਬ ਦੇ ਵਿੱਚ ਨਹੀਂ ਚਲਾਈਆਂ ਜਾ ਰਹੀਆਂ। ਤੁਹਾਡੀ ਗੱਲ ਸਹੀ ਹੈ ਵੀ ਉਸ ਕਾਰਨ ਸਾਡੀ ਸੈਨਾ ਜਿਹੜੀ ਆ ਉਹ ਵੀ ਪ੍ਰਭਾਵਿਤ ਹੋ ਰਹੀ ਹੈ, ਕਿਉਂਕਿ ਮਾਲ ਗੱਡੀਆਂ ਰਸਤੇ ਜਿਹੜਾ ਸਮਾਨ ਜੰਮੂ ਕਸ਼ਮੀਰ ਤੱਕ ਪੁੱਜਦਾ ਸੀਗਾ ਉਹ ਉੱਥੇ ਬੜੀ ਮੁਸ਼ਕਲ ਦੇ ਨਾਲ ਪੁੱਜ ਰਿਹਾ ਹੈ, ਹੁਣ ਬੜਾ ਘੱਟ ਪੁੱਜ ਰਿਹਾ, ਟਰੱਕਾਂ ਦੇ ਥਰੂ ਪੁੱਜ ਰਿਹਾ। ਫਿਰ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਸਕਾਰਾਤਮਕ ਹੈ? ਸਕਾਰਾਤਮਕ ਹੁੰਦਾ ਤਾਂ ਪਹਿਲੀ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਜਾ ਸਕਦਾ ਸੀ ਵੀ ਠੀਕ ਹੈ ਅਸੀਂ ਰੇਲ ਗੱਡੀਆਂ ਤੁਹਾਡੇ ਪੰਜਾਬ ਦੇ ਵਿੱਚ ਚਲਾਵਾਂਗੇ। ਦੇਖੋ, ਇੱਕ ਗੱਲ ਤਾਂ ਤੁਹਾਡੀ ਠੀਕ ਹੈ ਕਿ ਸਰਕਾਰ ਨੇ ਅੜੀ ਫੜੀ ਹੋਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਬਿਹਾਰ ਰੈਲੀਆਂ 'ਚ ਵੀ ਤੋਂ ਪਹਿਲਾਂ ਕਹਿ ਚੁੱਕਿਆ ਕਿ ਕਾਨੂੰਨ ਵਾਪਸ ਨਹੀਂ ਹੋਣੇ ਜੀ। ਕਿਸਾਨ ਇਸ ਗੱਲ ਤੇ ਸੀ ਕਿ ਕਾਨੂੰਨ ਜਿਹੜੇ ਹੈ ਉਹ ਵਾਪਸ ਹੋਣੇ ਚਾਹੀਦੇ। ਬਿਲਕੁਲ, ਪੰਜਾਬ ਦੀ ਵਿਧਾਨ ਸਭਾ ਨੇ ਮਤਾ ਪਾਸ ਕਰ ਦਿੱਤਾ, ਉਹਨਾਂ ਕਾਨੂੰਨਾਂ ਦਾ ਪ੍ਰਭਾਵ ਘੱਟ ਕਰਨ ਲਈ ਆਪਣੇ ਤੌਰ ਤੇ ਕੁਝ ਅਮੈਂਡਮੈਂਟਸ ਕਰ ਦਿੱਤੀਆਂ। ਉਹ ਅਮੈਂਡਮੈਂਟ ਹਲੇ ਰਾਸ਼ਟਰਪਤੀ ਜੀ ਕੋਲ ਗਈਆਂ ਨਹੀਂ, ਉਹ ਗਵਰਨਰ ਸਾਹਿਬ ਕੋਲ ਪਈਆਂ। ਉਹ ਮਾਮਲਾ ਵੀ ਹਲੇ ਜਿਹੜਾ ਹੈ ਭੰਬਲ ਭੂਸੇ 'ਚ ਹੈ। ਕੇਂਦਰ ਸਰਕਾਰ ਕਿਤੇ ਨਾ ਕਿਤੇ ਅੜੀ 'ਚ ਹੈ। ਬਿਲਕੁਲ, ਇਹ ਗੱਲ ਹੈ ਜਦੋਂ ਉਹ ਕਹਿੰਦੇ ਆ ਕਿ ਅਸੀਂ ਕੰਡੀਸ਼ਨਲ ਨਹੀਂ ਚਲਾਵਾਂਗੇ। ਅਕਸਰ ਨੂੰ ਪੰਜਾਬ ਦੇ ਲੋਕ ਵੀ ਜਿਹੜੇ ਹੈ ਉਹ ਇਸ ਦੇਸ਼ ਦੇ ਨਾਗਰਿਕ ਨੇ, ਜੇ ਉਹ ਕਿਸੇ ਨਾ ਕਿਸੇ ਤਰ੍ਹਾਂ ਦਾ ਪ੍ਰੋਟੈਸਟ ਕਰਦੇ ਨੇ ਤਾਂ ਉਸ ਪ੍ਰੋਟੈਸਟ ਦੇ ਖਿਲਾਫ ਉਹਨਾਂ ਨੂੰ ਇੱਕ ਸਜ਼ਾ ਦੇਣ ਲਈ ਜਿਹੜੀ ਇਹ ਇਕਨੋਮਿਕ ਬਲੌਕੇਡ ਦੀ ਅਸੀਂ ਗੱਲ ਕਰਦੇ ਹਾਂ, ਜਾਂ ਕਿਸੇ ਨਾ ਕਿਸੇ ਤਰ੍ਹਾਂ ਦਾ ਸਬਕ ਸਿਖਾਉਣ ਲਈ, ਮੈਂ ਇਨਵਰਟਡ ਕੌਮਿਆਂ 'ਚ ਕਹਿੰਦਾ ਸਬਕ ਸਿਖਾਉਣ ਲਈ ਇਹ ਜਿਹੜੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ,
ਇਹ ਵੈਸੇ ਸੋਭਦੀਆਂ ਨਹੀਂ ਹੈ ਕੇਂਦਰ ਸਰਕਾਰ ਨੂੰ ਕਿ ਜਿੰਨਾ ਕੁ ਉਹਨਾਂ ਨੂੰ ਰਿਲੈਕਸੇਸ਼ਨ ਕਿਸਾਨਾਂ ਨੇ ਦੇ ਦਿੱਤੀ ਹੈ ਜੀ ਜੇ ਉਹ ਚਲਾ ਦੇਣ ਤਾਂ ਚੰਗੀ ਗੱਲ ਹੈ। ਇਹਨਾਂ ਨਾਲ ਇੱਕ ਪੋਜ਼ਿਟਿਵ ਪ੍ਰਭਾਵ ਜ਼ਰੂਰ ਬਿਲਕੁਲ। ਜਾਏਗਾ ਤੇ ਉਹ ਤੋਂ ਬਾਅਦ ਕਿਸਾਨ ਵੀ ਸੋਚਣ ਲਈ ਮਜਬੂਰ ਹੋਣਗੇ ਚਲੋ ਹੁਣ ਮਾਲ ਗੱਡੀਆਂ ਚੱਲ ਗਈਆਂ, ਸਾਡੀ ਕੁਝ ਨਾ ਕੁਝ ਗੱਲ ਜਿਹੜੀ ਹੈ ਉਹ ਮੰਨ ਲਈ ਗਈ, ਕੁਝ ਨਾ ਕੁਝ ਉਹਨਾਂ ਨੂੰ ਰਿਆਇਤ ਦੇ ਕੇ ਅਗਲੀ ਕਾਰਵਾਈ ਸ਼ੁਰੂ ਹੋ ਸਕਦੀ ਹੈ। ਪਰ ਕੇਂਦਰ ਸਰਕਾਰ ਦੀ ਅੜੀ ਹੈ। ਕੇਂਦਰ ਸਰਕਾਰ ਦੇ ਨਾਲ ਕਿਉਂਕਿ ਆਪਾਂ ਜਾਣਦੇ ਹਾਂ ਕਿ ਪ੍ਰਧਾਨ ਮੰਤਰੀ ਸਾਹਿਬ ਨੇ, ਤੁਸੀਂ ਬਿਲਕੁਲ ਸਹੀ ਕਿਹਾ, ਬਿਹਾਰ ਦੀਆਂ ਰੈਲੀਆਂ 'ਚ ਹੋਰ ਜਗ੍ਹਾ ਤੇ ਵੀ ਕਿਹਾ ਵੀ ਅਸੀਂ ਇਹ ਜਿਹੜੇ ਹੈ ਕਿਸਾਨਾਂ ਦੇ ਫਾਇਦੇ ਲਈ ਅਸੀਂ ਜਿਹੜੇ ਬਿੱਲ ਲਿਆਂਦੇ ਆ ਇਹ ਮੈਂ ਕਿਸੇ ਤਰ੍ਹਾਂ ਵਾਪਸ ਨਹੀਂ ਲਾਂਗਾ। ਤੇ ਤੁਸੀਂ ਕੀ ਮਤਲਬ ਮੰਨਦੇ ਹੋ ਵੀ ਜਦੋਂ ਇਹ ਕਿਸਾਨ ਜਾਣਗੇ ਉੱਤੇ ਜਾ ਕੇ ਇਹਨਾਂ ਦੇ ਮੀਟਿੰਗਸ ਹੋਣਗੀਆਂ, ਮੀਟਿੰਗ ਦੇ ਵਿੱਚ ਕੁਛ ਨਾ ਕੁਛ ਇੱਦਾਂ ਦਾ ਹੱਲ ਨਿਕਲ ਸਕਦਾ ਹੈ ਫਿਰ, ਕਿਉਂਕਿ ਮੀਟਿੰਗਸ ਤੋਂ ਬਗੈਰ ਇਹ ਲੋਕ ਸਭਾ 'ਚ ਦੁਬਾਰਾ ਜਾਏਗਾ ਅਗਰ ਇਹਨੂੰ ਰੱਦ ਕਰਨਾ ਹੈ। ਫਿਰ ਸੈਕੰਡਲੀ ਲੋਕ ਸਭਾ ਰਾਜ ਸਭਾ ਤੋਂ ਜਾ ਕੇ ਉਦੋਂ ਤੱਕ ਨਹੀਂ ਜਾ ਸਕਦਾ ਜਦੋਂ ਵਨ ਮੈਨ, ਸਿਰਫ ਵਨ ਮੈਨ ਮਿਸਟਰ ਨਰਿੰਦਰ ਮੋਦੀ ਪ੍ਰਾਈਮ ਮਿਨਿਸਟਰ ਆਫ ਇੰਡੀਆ ਨਹੀਂ ਚਾਹੁੰਦੇ ਉਦੋਂ ਤੱਕ ਉਹ ਨਾ ਲੋਕ ਸਭਾ ਜਾਏਗਾ ਨਾ ਉਹ ਰਾਜ ਸਭਾ ਜਾਏਗਾ। ਨਹੀਂ ਦੇਖੋ, ਕਿਸਾਨਾਂ ਦੇ ਹਿੱਤ ਲਈ ਹੈ ਬਿੱਲ ਜਾਂ ਕਿਸਾਨਾਂ ਦੇ ਖਿਲਾਫ ਹੈ, ਇਹਦੇ ਲਈ ਡਿਫਰੈਂਟ ਵਿਊ ਪੁਆਇੰਟ ਹੈ ਜੀ। ਪੰਜਾਬ ਦਾ ਕਿਸਾਨ ਹਮੇਸ਼ਾ ਅਗਾਂਹ ਵਧੂ ਰਿਹਾ ਹੈ। ਕੋਈ ਵੀ ਜਿਹੜੀ ਨਵੀਂ ਚੀਜ਼ ਆਉਂਦੀ ਹੈ, ਚਾਹੇ ਨਵੀਂ ਟੈਕਨੋਲੋਜੀ ਆਉਂਦੀ ਹੈ, ਨਵੇਂ ਬੀਜ ਆਉਂਦੇ ਆ ਜਾਂ ਨਵਾਂ ਖੇਤੀ ਕਰਨ ਦਾ ਢੰਗ ਆਉਂਦਾ ਹੈ, ਕਿਸਾਨਾਂ ਨੇ ਹਮੇਸ਼ਾ ਉਹਨਾਂ ਨੂੰ ਅਪਣਾਇਆ। ਇਸੇ ਕਰਕੇ ਪੰਜਾਬ ਜਿਹੜਾ ਹੈ ਉਹ ਹਰੀ ਕ੍ਰਾਂਤੀ ਦਾ ਮੋਢੀ ਰਿਹਾ ਹੈ। ਬਿਲਕੁਲ। ਜੇ ਇਹ ਬਿੱਲ ਕਿਸਾਨਾਂ ਦੇ ਹਿੱਤ 'ਚ ਨੇ, ਕਿਸਾਨਾਂ ਨੂੰ ਸਮਝਾਉਣ ਦੀ ਜਿੱਦਾਂ ਕੇਂਦਰ ਸਰਕਾਰ ਕਹਿੰਦੇ ਜ਼ਰੂਰਤ ਹੈ, ਤਾਂ ਇਦਾਂ ਕਦੇ ਨਹੀਂ ਹੋ ਸਕਦਾ ਕਿ ਕਿਸਾਨ ਆਪਣਾ ਹਿੱਤ ਨਾ ਸਮਝ ਸਕਣ ਕਿ ਸਾਡਾ ਕਿਸ ਚੀਜ਼ 'ਚ ਫਾਇਦਾ ਹੈ। ਸੋ ਇਹ ਮੀਟਿੰਗਾਂ ਦਾ ਸਿਲਸਿਲਾ ਜੇ ਇਸ ਲੈਵਲ ਤੇ ਵੀ ਚੱਲੇ ਕਿ ਕਿਸਾਨਾਂ ਨੂੰ ਸਮਝਾਇਆ, ਕਿਸਾਨ ਜੇ MSP ਦੇ ਮਾਮਲੇ ਨੂੰ ਲੈ ਕੇ ਜੇ ਕੇਂਦਰ ਸਰਕਾਰ, ਨਰਿੰਦਰ ਮੋਦੀ ਜੀ ਕਈ ਵਾਰ ਕਹਿ ਚੁੱਕੇ ਆ, ਹੋਰ ਮੰਤਰੀ ਵੀ ਕਹਿ ਚੁੱਕੇ ਆ ਕਿ ਅਸੀਂ MSP ਜਾਰੀ ਰੱਖਾਂਗੇ। ਜੇ ਕਿਸਾਨ ਇਹ ਕਹਿ ਰਹੇ ਨੇ ਕਿਸੇ ਨਾ ਕਿਸੇ ਤਰ੍ਹਾਂ ਸਾਨੂੰ ਲਿਖਤੀ ਇੰਸ਼ੋਰੈਂਸ ਦਿੱਤਾ ਜਾਵੇ ਕਿ MSP ਜਿਹੜੀ ਆ ਉਹ ਜਾਰੀ ਰਹੂਗੀ। ਜਿਹੜੇ ਕਿਸਾਨਾਂ ਦੇ ਖਦਸ਼ੇ ਹੈ ਕਿ ਹੌਲੀ ਹੌਲੀ MSP ਖਤਮ ਹੋ ਜਾਊਗੀ, ਜੇ ਇਸ ਪੱਧਰ ਤੇ ਵੀ ਗੱਲਬਾਤ ਆ ਕੇ ਕੇਂਦਰ ਸਰਕਾਰ ਜਦੋਂ ਕਹਿ ਰਹੀ ਹੈ ਕਿ ਅਸੀਂ MSP ਖਤਮ ਨਹੀਂ ਕਰਾਂਗੇ, ਕਿਸਾਨ ਕਹਿੰਦੇ ਸਾਨੂੰ ਇੰਸ਼ੋਰੈਂਸ ਦਿਓ, ਤਾਂ ਇਹਦੇ 'ਚ ਹਰਜ ਕੀ ਹੈ? ਲਿਖਤ ਦੇ ਵਿੱਚ ਦਿਓ, ਕੋਈ ਨਾ ਕੋਈ ਇੰਸ਼ੋਰੈਂਸ ਕਿਸੇ ਨਾ ਕਿਸੇ। ਲੇਕਿਨ ਬਹੁਤ ਜ਼ਿਆਦਾ ਦੇਖੋ, ਜਿਨ੍ਹਾਂ ਲੋਕਾਂ ਨੇ ਪੜ੍ਹੇ ਆ, ਤੁਸੀਂ ਵੀ ਪੜ੍ਹੇ ਆ, ਮੈਂ ਵੀ ਪੜ੍ਹੇ ਆ, ਇਹ ਚੀਜ਼ਾਂ ਬਹੁਤ ਮਤਲਬ ਜਿਹੜੀਆਂ ਹੈ ਤਾਂ ਕਿਸਾਨਾਂ ਦੇ ਭਲੇ ਦੀਆਂ ਨਹੀਂ ਨੇ, ਕਿਉਂਕਿ ਕੰਟਰੈਕਟ ਫਾਰਮਿੰਗ ਕਿਤੇ ਵੀ ਕਹਿੰਦੇ ਨੇ ਕਿਸਾਨਾਂ ਦੇ ਭਲੇ ਦੀ ਨਹੀਂ ਹੈ। ਹੋਰ ਚੀਜ਼ਾਂ ਵੀ ਬਹੁਤ ਨੇ ਜਿਹੜੀਆਂ ਕਿ ਇੱਕ ਕਾਰਪੋਰੇਟ ਘਰਾਣਿਆਂ ਨੂੰ ਫਾਇਦੇ ਦੇਣ ਦੇ ਲਈ ਇਸ ਦੇ ਵਿੱਚ ਬਣਾਈ ਗਈ, ਉਹਨਾਂ ਨੂੰ ਡਿਲੀਟ ਕੀਤਾ ਜਾਣਾ ਚਾਹੀਦਾ। ਇਹ ਕਿਸਾਨਾਂ ਦੀ ਜਿਹੜੀ ਮੰਗ ਹੈਗੀ ਆ। ਲੇਕਿਨ ਇਸ ਦੇ ਨਾਲ ਮੈਂ ਅੱਗੇ ਵਧਣਾ, ਕਿਉਂਕਿ 21 ਤਰੀਕ ਦੇ ਵਿੱਚ ਵੀ ਮੈਨੂੰ ਨਹੀਂ ਲੱਗਦਾ ਕੋਈ ਉਸ ਮੀਟਿੰਗ ਦੇ ਵਿੱਚ ਸਿੱਟਾ ਨਿਕਲੇਗਾ। ਹਾਂ, ਗੱਲਬਾਤ ਜਿਹੜੀ ਹੈ 21 ਤੋਂ ਬਾਅਦ ਫਿਰ ਅੱਗੇ ਹੋਰ ਵੱਧ ਸਕਦੀ ਹੈ, ਕਿਉਂਕਿ ਇੱਕ ਦੋ ਮੀਟਿੰਗਸ ਦੇ ਨਾਲ ਇਹ ਚੀਜ਼ ਸ਼ਾਇਦ ਖਤਮ ਨਹੀਂ ਹੋਏਗੀ। ਲੇਕਿਨ ਮੈਂ ਚੱਲਦਾ ਵੀ 23 ਨਵੰਬਰ ਨੂੰ ਕਿਹਾ ਜਾ ਰਿਹਾ ਹੈ ਵੀ ਭਾਜਪਾ ਦੇ ਕੌਮੀ ਪ੍ਰਧਾਨ JP ਨੱਡਾ ਜੀ ਦਾ ਪੰਜਾਬ ਦੌਰਾ ਹੈ। ਪੰਜਾਬ ਦੇ ਕਿਸਾਨਾਂ ਨੇ ਕਿਹਾ ਸੀ ਪੰਜਾਬ 'ਚ ਨਹੀਂ ਵੜਨ ਦਾਂਗੇ। ਦੂਸਰੇ ਪਾਸੇ ਰਵਨੀਤ ਬਿੱਟੂ ਹੋਰਾਂ ਨੇ ਵੀ ਕਿਹਾ ਵੀ ਜਿਨ੍ਹਾਂ ਨੇ ਸਾਨੂੰ ਨਕਸਲਾਈਟ ਤੇ ਦਲਾਲ ਤੱਕ ਕਹਿ ਦਿੱਤਾ ਹੈ ਉਹ ਪੰਜਾਬ 'ਚ ਆਉਣ ਦਾ ਹੱਕ ਨਹੀਂ ਰੱਖਦੇ ਔਰ ਅਸੀਂ ਉਹਨਾਂ ਨੂੰ ਆਉਣ ਵੀ ਨਹੀਂ ਦਾਂਗੇ। ਦਾਵੜਾ ਜੀ, ਜਿਹੜੀ ਤੁਸੀਂ ਆ ਬਾਅਦ 'ਚ ਗੱਲ ਕਹੀ JP ਨੱਡਾ ਸਾਹਿਬ ਵਾਲੀ ਤੇ ਭਾਰਤੀ ਜਨਤਾ ਪਾਰਟੀ ਵਾਲੀ, JP ਨੱਡਾ ਜੀ ਦੇ ਟੂਰ ਵਾਲੀ, ਉਹਦੇ ਤੇ ਮੈਂ ਬਾਅਦ 'ਚ ਆਉਣਾ। ਜਿਹੜੀ ਤੁਸੀਂ ਪਹਿਲਾਂ ਗੱਲ ਕਹੀ ਕਿ ਕਿਸਾਨ ਕੰਟਰੈਕਟ ਫਾਰਮਿੰਗ ਤੇ ਕਾਰਪੋਰੇਟਸ ਦੀ ਜਿਹੜੀ ਕਿਸਾਨਾਂ ਦਾ ਖਦਸ਼ਾ ਹੈ ਕਿ ਕਾਰਪੋਰੇਟਸ ਜਿਹੜੇ ਹੈ ਖੇਤੀ ਤੇ ਕਬਜ਼ਾ ਕਰ ਰਹੇ ਨੇ। ਖੇਤੀ ਦਾ ਇਹ ਪੂਰੇ ਵਰਲਡ ਓਵਰ ਹੈ ਕਿ ਤੁਹਾਡਾ ਇੰਡਸਟਰੀਅਲਾਈਜੇਸ਼ਨ ਜਦ ਤੱਕ ਨਹੀਂ ਹੁੰਦੀ, ਤੁਸੀਂ ਐਗਰੀਕਲਚਰਲ ਇਕੋਨਮੀ ਤੋਂ ਇੰਡਸਟਰੀਅਲ ਇਕੋਨਮੀ ਵੱਲ ਵਧਦੇ ਨਹੀਂ, ਤੁਸੀਂ ਵਿਕਾਸ ਨਹੀਂ ਕਰ ਸਕਦੇ। ਜਦ ਤੱਕ ਤੁਸੀਂ ਖੇਤੀਬਾੜੀ ਨੂੰ ਇੰਡਸਟਰੀ ਨਾਲ ਜੋੜਦੇ ਨਹੀਂ, ਜਦ ਤੱਕ ਤੁਹਾਡਾ ਵਿਕਾਸ ਨਹੀਂ ਹੋਣਾ ਜੀ। ਇਸੇ ਕਰਕੇ ਹਰੇਕ ਸਰਕਾਰ ਦੀ ਕੋਸ਼ਿਸ਼ ਹੁੰਦੀ ਹੈ ਕਿ ਹਰ ਸੈਕਟਰ 'ਚ ਖੇਤੀਬਾੜੀ ਸੈਕਟਰ ਵੀ ਨਾਲ ਹੀ ਉਹਦੇ 'ਚ ਇਨਵੈਸਟਮੈਂਟ ਆਵੇ। ਬਿਲਕੁਲ। ਤੁਹਾਡੀਆਂ ਚਟਣੀਆਂ ਬਣਾਉਣ ਵਾਲੀਆਂ ਫੈਕਟਰੀਆਂ ਆਉਣ, ਜੂਸ ਬਣਾਉਣ ਵਾਲੀਆਂ ਫੈਕਟਰੀਆਂ ਆਉਣ, ਤੁਹਾਡੀਆਂ ਕਪਾਹ ਤੋਂ ਜਿਹੜਾ ਹੈ ਉਹਨੂੰ ਪ੍ਰੋਸੈਸਿੰਗ ਕਰਕੇ ਕੱਪੜਾ ਬਣਾਉਣ ਵਾਲੀਆਂ ਫੈਕਟਰੀਆਂ ਆਉਣ, ਤਦ ਜਿਹੜਾ ਹੈ ਉਹ ਕਿਸਾਨੀ ਦੇ ਉਤਪਾਦਾਂ ਦੀ ਕੀਮਤ ਵੱਧਦੀ ਹੈ। ਇਸੇ ਕਰਕੇ ਸਰਕਾਰਾਂ ਕੋਸ਼ਿਸ਼ ਕਰਦੀਆਂ। ਮੈਂ ਗੱਲ ਇਸ ਕਰਕੇ ਕਹਿਣਾ ਹੈ ਕਿ ਕੱਲ USA ਤੇ ਪੰਜਾਬ ਦੀ ਇਨਵੈਸਟਰ ਮੀਟ ਦਾ ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਹੈ ਉਹ ਵਰਚੁਅਲ ਉਦਘਾਟਨ ਕੀਤਾ। ਬਿਲਕੁਲ। ਜਿੱਦਾਂ ਮੈਂ ਕਿਹਾ ਕਿ ਹਰੇਕ ਸਰਕਾਰ ਦੀ ਕੋਸ਼ਿਸ਼ ਹੁੰਦੀ ਹੈ ਕਿ ਇਨਵੈਸਟਮੈਂਟ ਆਵੇ, ਉੱਥੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਹ ਗੱਲ ਕਹੀ ਹੈ ਕਿ ਅਸੀਂ ਕਾਰਪੋਰੇਟਸ ਦੇ ਖਿਲਾਫ ਨਹੀਂ ਹਾਂ। ਬਿਲਕੁਲ। ਕਿਉਂਕਿ ਇੱਕ ਸਟੇਟ ਦੇ ਹੈੱਡ ਨੂੰ ਪਤਾ ਹੁੰਦਾ ਹੈ ਕਿ ਕਾਰਪੋਰੇਟਸ ਹੀ ਪੈਸਾ ਲੈ ਕੇ ਆਉਂਦੇ ਆ, ਉਹੀ ਇਨਵੈਸਟ ਕਰਦੇ ਆ, ਜਿਹਦੇ ਨਾਲ ਕਿ ਇਕੋਨਮੀ ਨੂੰ ਮੋਬਿਲਾਈਜੇਸ਼ਨ ਹੁੰਦਾ, ਉਹਨੂੰ ਤੇਲ ਮਿਲਦਾ ਹੈ ਤੇ ਜਿਹਦੇ ਕਰਕੇ ਰੋਜ਼ਗਾਰ ਵੱਧਦਾ ਹੈ, ਹੋਰ ਜਿਹੜੀਆਂ ਹੈ ਇਕਨੋਮਿਕ ਐਕਟੀਵਿਟੀਜ਼ ਚੱਲਦੀਆਂ। ਸੋ ਅਮਰਿੰਦਰ ਸਿੰਘ ਨੇ ਇਹ ਗੱਲ ਕਹੀ ਹੈ ਕਿ ਅਸੀਂ ਕਾਰਪੋਰੇਟਸ ਦੇ ਖਿਲਾਫ ਨਹੀਂ ਹਾਂ। ਉਹਨਾਂ ਦਾ ਮਕਸਦ ਸਿਰਫ ਇਹ ਸੀ ਕਿ ਜਿਹੜਾ ਇਹ ਭਰਮ ਭੁਲੇਖਾ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਇਨਵੈਸਟਰ ਹਮੇਸ਼ਾ ਡਰ ਜਾਂਦਾ ਹੈ ਜਦੋਂ ਇੱਦਾਂ ਦਾ ਮਾਹੌਲ ਦੇਖਦਾ ਹੈ ਕਿ ਇੰਡਸਟਰੀ ਦੇ ਖਿਲਾਫ, ਕਾਰਪੋਰੇਟਸ ਦੇ ਖਿਲਾਫ ਇੱਕ ਮਾਹੌਲ ਬਣਦਾ ਜਾ ਰਿਹਾ ਜਾਂ ਬਣਾਇਆ ਜਾ ਰਿਹਾ ਹੈ ਕਿ ਇਨਵੈਸਟਰ ਉੱਥੇ ਇਨਵੈਸਟ ਨਹੀਂ ਕਰਦਾ। ਸੋ ਅਮਰਿੰਦਰ ਸਿੰਘ ਨੇ ਕੱਲ ਇਹ ਖਦਸ਼ਾ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਇਨਵੈਸਟਰਸ ਦੇ ਖਿਲਾਫ ਨਹੀਂ ਹਾਂ, ਪਰ ਕਿਸਾਨਾਂ ਦੇ ਹਿੱਤਾਂ ਨੂੰ ਜਿਹੜਾ ਸੁਰੱਖਿਅਤ ਕਰਨਾ ਕਿਸੇ ਨਾ ਕਿਸੇ ਤਰ੍ਹਾਂ ਦਾ ਉਹ ਵੀ ਸਾਡੀ ਜ਼ਿੰਮੇਵਾਰੀ ਹੈਗੀ। ਤੇ ਦੂਜੀ ਗੱਲ ਕਰਦੇ ਹਾਂ JP ਨੱਡਾ ਹੋਰਾਂ ਦੀ। JP ਨੱਡਾ ਹੋਰਾਂ ਨੇ ਦਾਵੜਾ ਸਾਹਿਬ ਆ ਜਾਣਾ ਹੈ, ਆ ਕੇ ਆਪਣੇ ਪ੍ਰੋਗਰਾਮ ਜਿੱਦਾਂ ਉਹਨਾਂ ਨੇ ਮਿੱਥੇ ਉਹ ਕਰ ਦੇਣੇ ਆ,
ਕਿਉਂਕਿ ਉਹ ਇੱਕ ਰਾਸ਼ਟਰੀ ਪੋਲੀਟੀਕਲ ਪਾਰਟੀ ਦੇ ਹੈਡ ਜੀ। ਤੇ ਇੱਥੇ ਉਹਨਾਂ ਦਾ ਵਿਰੋਧ ਵੀ ਹੋਣਾ ਹੈ। ਵਿਰੋਧ ਕਰਨ ਵਾਲਿਆਂ ਨੇ ਆਪਣੀ ਜ਼ਿੰਮੇਵਾਰੀ ਜਿਹੜੀ ਹੈ, ਆਪਣੀ ਹਾਜ਼ਰੀ ਪਾਉਣੀ ਹੈ, ਉਹ ਵੀ ਨਹੀਂ ਪਵਾ ਦੇਣੀ ਹੈ। ਰਵਨੀਤ ਬਿੱਟੂ ਹੋਰੀ ਪਹਿਲਾਂ ਵੀ ਕਿਹਾ ਸੀ ਜਦੋਂ ਅਸ਼ਵਨੀ ਸ਼ਰਮਾ ਜੀ ਤੇ ਅਟੈਕ ਹੋਇਆ ਸੀ ਕਿ ਮੇਰੇ ਤੇ ਜੋ ਕਾਰਵਾਈ ਕਰਨੀ ਹੈ ਤੁਸੀਂ ਕਰੋ, ਇਹਦੇ ਲਈ ਜ਼ਿੰਮੇਵਾਰ ਮੈਂ। ਸੋ ਇਹ ਵੀ ਜਿਹੜੇ ਹੈ ਇਹ ਸਿਆਸਤ ਹੈ, ਇਹ ਆਉਣ ਵਾਲੇ ਦਿਨਾਂ 'ਚ ਹੋਰ ਭਖਣੀ ਹੈ ਤੇ ਕਿਸਾਨੀ ਮੁੱਦੇ ਜਿਹੜੇ ਹੈ ਸੈਂਟਰ ਸਟੇਜ ਤੇ ਇਹਦੇ 'ਚ ਹੋਣੇ ਆ। ਇਹਦੇ 'ਚ ਇੱਕ ਚੰਗੀ ਗੱਲ ਵੀ ਹੈ ਕਿ ਕਿਸਾਨਾਂ ਦੇ ਮੁੱਦੇ ਅੱਜ ਪੋਲੀਟੀਕਲ ਪਾਰਟੀਆਂ ਦੇ ਏਜੰਡੇ ਤੇ ਆ ਗਏ ਨੇ ਤੇ ਉਹਨਾਂ 'ਚ ਇੱਕ ਆਪਸੀ ਕੰਪੀਟੀਸ਼ਨ ਕਹਿੰਦੇ ਆ ਹੋ ਰਿਹਾ, ਹੈਲਦੀ ਕੰਪੀਟੀਸ਼ਨ ਹੋਣਾ ਚਾਹੀਦਾ ਕਿ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਸਾਡੇ ਆਹ ਵਿਊ ਪੁਆਇੰਟ ਹੈ, ਇੱਦਾਂ ਕਿਸਾਨਾਂ ਦਾ ਭਲਾ ਹੋਣਾ ਚਾਹੀਦਾ। ਪਰ ਜੇ ਉਹਦੇ ਤੇ ਰਾਜਨੀਤੀ ਕਰਨੀ ਹੈ ਕਿ ਕਿਸਾਨ ਪਿੱਛੇ ਰਹਿ ਜਾਣ ਤੇ ਉਸ ਤੋਂ ਬਾਅਦ ਤੁਹਾਡੀ ਰਾਜਨੀਤੀ ਮੋਹਰੀ ਆ ਜਾਵੇ, ਉਹ ਜਿਹੜੀ ਹੈ ਗੱਲ ਮਾੜੀ ਹੋਈ। ਦੇਖਣਾ ਹੋਏਗਾ ਵੀ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਹੁੰਦਾ ਹੈ ਭਾਜਪਾ ਲਈ। ਲੇਕਿਨ ਇੱਕ ਗੱਲ ਹੈ ਵੀ ਹਾਲ ਦੀ ਘੜੀ ਵਿੱਚ ਭਾਜਪਾ ਦੇ ਲਈ ਚਿੱਤੇ ਅੱਛੇ ਨਹੀਂ ਹੈਗੇ ਆ, ਇਹੀ ਕਿਹਾ ਜਾ ਸਕਦਾ ਹੈ। ਨਹੀਂ, ਬਿਲਕੁਲ ਤੁਹਾਡੀ ਗੱਲ ਠੀਕ ਹੈ, ਕਿਉਂਕਿ ਭਾਜਪਾ ਦਾ ਜਿਹੜਾ ਮੇਨ ਉਹਨਾਂ ਦਾ ਥਰਸਟ ਹੁੰਦਾ ਸੀ ਉਹ ਹੁੰਦਾ ਸੀ ਸ਼ਹਿਰੀ ਵਰਗ 'ਚ। ਪਿੰਡਾਂ 'ਚ ਉਹਨਾਂ ਦੀ ਜਿਹੜੀ ਹੈ ਉਹ ਮੌਜੂਦਗੀ ਸਿਆਸੀ ਤੌਰ ਤੇ ਬੜੀ ਘੱਟ ਹੁੰਦੀ ਸੀ, ਥੋੜੀ ਵਧਣ ਲੱਗੀ ਸੀ। ਪਰ ਹੁਣ ਆਹ ਕਿਸਾਨੀ ਮੁੱਦਿਆਂ ਨੇ ਉਹਨਾਂ ਤੋਂ ਜਿਹੜਾ ਹੈ ਉਹਨਾਂ ਦੇ ਪੈਰ ਦੇ ਥੱਲੇ ਤੇ ਸਿਆਸੀ ਜ਼ਮੀਨ ਖਿਸਕਾਣੀ ਸ਼ੁਰੂ ਕਰ ਦਿੱਤੀ ਹੈ ਤੇ ਭਾਜਪਾ ਨੂੰ ਇਸ ਗੱਲ ਦਾ ਪਤਾ ਹੈ ਕਿ 2022 ਆਣੀ ਹੈ। ਜਿੱਦਾਂ ਉਹ ਕਹਿ ਰਹੇ ਨੇ ਕਿ ਅਸੀਂ ਸਾਰੀਆਂ ਸੀਟਾਂ ਤੇ ਲੜਾਂਗੇ ਤੇ ਸਾਰੀਆਂ ਸੀਟਾਂ ਤੇ ਲੜਨ ਲਈ ਉਹਨਾਂ ਨੂੰ ਜਿਹੜੇ ਹੈ ਉਹ ਬੰਦੇ ਲੱਭਣੇ ਕਈ ਵਾਰ ਮੁਸ਼ਕਿਲ ਵੀ ਹੋ ਸਕਦੇ। ਹੁਣ ਦੋਸਤੋ ਵਧਦੇ ਹਾਂ ਅਗਲੀ ਖਬਰ ਵੱਲ। ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ 100ਵਾਂ ਸਥਾਪਨਾ ਦਿਵਸ ਅੰਮ੍ਰਿਤਸਰ ਦੇ ਵਿੱਚ ਬੜੀ ਸ਼ਾਨ ਸ਼ੌਕਤ ਦੇ ਨਾਲ ਇੱਕ ਪੰਥਕ ਜਾਹੋ ਜਲਾਲ ਦੇ ਨਾਲ ਮਨਾਇਆ, ਜਿੱਥੇ ਬਹੁਤ ਸਾਰੇ ਮੁੱਦੇ ਕਿਹਾ ਜਾਂਦਾ 11 ਮਤੇ ਵੀ ਜਿਹੜੇ ਆ ਉਸ ਦੇ ਵਿੱਚ ਪਾਸ ਕੀਤੇ ਗਏ ਤੇ ਉਹ ਸ਼੍ਰੋਮਣੀ ਕਮੇਟੀ ਦੀਆਂ ਬਹੁਤ ਸਾਰੀਆਂ ਜੋ ਪ੍ਰਾਪਤੀਆਂ ਨੇ ਉਹ ਵੀ ਉਸ ਦੀਆਂ ਦੱਸੀਆਂ ਗਈਆਂ। ਕੀ ਕਹਿਣਾ ਚਾਹੋਗੇ ਕੱਲ ਦੇ ਉਸ ਵਿਸ਼ੇਸ਼ ਅਜਲਾਸ ਨੂੰ ਲੈ ਕੇ? ਦਾਵੜਾ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਣਿਆ 100 ਸਾਲ ਹੋ ਗਏ। 1920 'ਚ ਇਹਦੀ ਜਿਹੜੀ ਹੈ ਸਥਾਪਨਾ ਹੋਈ ਸੀ ਤੇ ਕੱਲ ਉਹਦੇ ਸ਼ਤਾਬਦੀ ਸਮਾਰੋਹ ਜਿਹੜੇ ਹੈ ਉਹਨਾਂ ਦੀ ਸ਼ੁਰੂਆਤ ਜਿਹੜੇ ਪੂਰੇ ਸਾਲ ਭਰ ਚੱਲਣਗੇ ਜੀ, ਉਹਦੇ ਅੰਮ੍ਰਿਤਸਰ 'ਚ ਗੁਰਦੁਆਰਾ ਮੰਜੀ ਸਾਹਿਬ ਤੋਂ ਹੋਏ। ਉੱਥੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਮੌਜੂਦ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਮੌਜੂਦ ਸੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਕਾਬਜ਼ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ, ਉਹਦੇ ਜਿਹੜੇ ਹੈ ਉਹ ਪ੍ਰਧਾਨ ਵੀ ਉੱਥੇ ਮੌਜੂਦ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰਿਆਂ ਨੂੰ ਪਤਾ ਹੈ ਕਿ ਬੜੀਆਂ ਕੁਰਬਾਨੀਆਂ ਤੋਂ ਬਾਅਦ, ਬੜੀ ਜਹਿਦ ਤੋਂ ਬਾਅਦ ਜਿਹੜੀ ਹੈ ਇਹਦੀ ਸਥਾਪਨਾ ਕੀਤੀ ਗਈ ਸੀ। ਗੁਰੂ ਘਰਾਂ ਦੀ ਸਾਂਭ ਸੰਭਾਲ ਜਿਹੜੀ ਹੈ ਆਪਣੇ ਹੱਥਾਂ 'ਚ ਲੈਣ ਲਈ ਸਿੱਖ ਸੰਗਤ ਨੇ ਇਹ ਤਰੱਦਦ ਕੀਤਾ ਸੀ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਉਹ ਤੋਂ ਬਾਅਦ ਅੱਜ ਜਿਹੜੀ ਸਥਿਤੀ ਇਹ ਹੈ ਕਿ ਲੋਕਾਂ ਦੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਇੱਕ ਵਿਸ਼ਵਾਸ ਹੋਣਾ ਚਾਹੀਦਾ ਹੈ, ਉਸ ਵਿਸ਼ਵਾਸ 'ਚ ਲੋਕਾਂ ਦੀ ਕਮੀ ਬਹੁਤ ਆ ਗਈ ਹੈ। ਕਿਉਂਕਿ ਕਰਪਸ਼ਨ ਦੇ ਇਲਜ਼ਾਮ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਲੱਗਦੇ ਰਹੇ ਆ ਜੀ, ਚਾਹੇ ਉਹ ਚੰਦੋਆਂ ਦੇ ਮਾਮਲੇ 'ਚ ਲੈ ਕੇ ਹੈ, ਚਾਹੇ ਲੰਗਰ ਕਮੇਟੀਆਂ 'ਚ ਮਾਮਲੇ ਨੂੰ ਲੈ ਕੇ ਹੈ, ਨਿਯੁਕਤੀਆਂ ਦੇ ਮਾਮਲੇ ਨੂੰ ਲੈ ਕੇ ਹੈ। ਇਹਦਾ ਕਾਰਨ ਇਹ ਹੈ ਕਿ ਇਹਦੇ 'ਚ ਰਾਜਨੀਤੀ ਜਿਹੜੀ ਹੈ ਹੌਲੀ ਹੌਲੀ ਭਾਰੂ ਹੁੰਦੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੀ ਰਾਜਨੀਤੀ ਚਮਕਾਉਣ ਲਈ ਜਾਂ ਉਹਦੇ ਇਸਤੇਮਾਲ ਕਰਨ ਲਈ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਾਂ ਜਿੱਦਾਂ ਇਲਜ਼ਾਮ ਲੱਗਦਾ ਹੈ ਕਿ ਇੱਕ ਪਰਿਵਾਰ ਵੱਲੋਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਜਿਸ ਕਰਕੇ ਲੋਕਾਂ ਦਾ ਹੌਲੀ ਹੌਲੀ ਇਸ ਕਮੇਟੀ 'ਚੋਂ ਵਿਸ਼ਵਾਸ ਜਾਂ ਇਹਦੇ ਨਾਲ ਮੋਹ ਭੰਗ ਹੁੰਦਾ ਗਿਆ। ਸੋ ਅੱਜ ਚਾਹੀਦਾ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਅਹੁਦੇਦਾਰ ਹੈ, ਜਿਹੜੇ ਹਮਦਰਦ ਨੇ, ਜਿਹੜੇ ਚਾਹੁੰਦੇ ਹੈ ਕਿ ਇਹ ਜਿਹੜੀ ਸੰਸਥਾ ਹੈ ਇਹਦਾ ਜਾਹੋ ਜਲਾਲ ਜਿਹੜਾ ਹੈ ਉਹ ਬਰਕਰਾਰ ਤੇ ਬਹਾਲ ਰਹੇ, ਇਹ ਜਿਹੜੇ ਮੁੱਦੇ ਹੈ ਇਹਨਾਂ ਨੂੰ ਪ੍ਰਾਇਓਰਟੀ ਤੌਰ ਤੇ ਜਿਹੜਾ ਹੱਲ ਕਰਨਾ ਚਾਹੀਦਾ ਤੇ ਸਿੱਖ ਫਲਸਫੇ ਦੀ ਵਿਚਾਰਧਾਰਾ ਨੂੰ, ਸਿੱਖ ਨੂੰ ਉਹਨੂੰ ਅਗਾਂਹ ਵਧਾਉਣ ਲਈ ਸ਼੍ਰੋਮਣੀ ਕਮੇਟੀ ਨੂੰ ਪ੍ਰਾਇਓਰਟੀ ਕਰਨੀ ਚਾਹੀਦੀ ਹੈ ਬਜਾਏ ਸਿਆਸਤ ਕਰਨ। ਬਿਲਕੁਲ ਸਹੀ ਗੱਲ ਹੈ। ਹਾਲਾਂਕਿ ਇਹ ਵੀ ਕਿਹਾ ਜਾਂਦਾ ਵੀ ਦੇਖੋ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਬਣੀ ਸੀ ਉਸ ਵਕਤ, ਜਿਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਹਾ ਗਿਆ, ਬਣੀ ਤਾਂ ਇਸੇ ਲਈ ਸੀ ਕਿ ਵੀ ਇਹ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰੇਗੀ। ਲੇਕਿਨ ਇਹ ਜਦੋਂ ਦੇਸ਼ ਆਜ਼ਾਦ ਹੋਇਆ ਉਸ ਤੋਂ ਬਾਅਦ ਇਸਨੇ ਦੇਸ਼ ਦੀ ਤਰੱਕੀ ਦੇ ਵਿੱਚ, ਖਾਸ ਕਰਕੇ ਪੰਜਾਬ ਦੀ ਤਰੱਕੀ 'ਚ ਬਹੁਤ ਜ਼ਿਆਦਾ ਯੋਗਦਾਨ ਪਾਇਆ। ਵਿਦਿਅਕ ਅਦਾਰੇ ਜਿਹੜੇ ਆ ਉਹ ਇਹਨਾਂ ਵੱਲੋਂ ਖੋਲ੍ਹੇ ਗਏ, ਧਰਮ ਦਾ ਪ੍ਰਚਾਰ ਵੀ ਜਿਹੜਾ ਹੈਗਾ ਉਹ ਕੀਤਾ ਗਿਆ, ਵਾਤਾਵਰਨ ਦੀ ਸ਼ੁੱਧਤਾ ਲਈ ਬਹੁਤ ਜਿਹੜੇ ਸੈਮੀਨਾਰਸ, ਬਹੁਤ ਚੀਜ਼ਾਂ ਜਿਹੜੀਆਂ ਆਯੋਜਿਤ ਕੀਤੀਆਂ ਜਾਂਦੀਆਂ, ਮੈਡੀਕਲ ਗਰਾਊਂਡ ਤੇ ਕਈ ਕਾਲਜਿਸ ਜਿਹੜੇ ਹੈ ਉਹ ਵੀ ਬਣਾਏ ਗਏ, ਜਿਸ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਵੀ ਕਾਲਜ ਬਣਿਆ ਹੋਇਆ ਮੈਡੀਕਲ ਕਾਲਜ। ਇਸ ਤਰ੍ਹਾਂ ਇਹ ਵੀ ਕਿਹਾ ਜਾ ਰਿਹਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਜਗ੍ਹਾਵਾਂ ਦੇ ਉੱਤੇ ਵੀ ਜਾ ਕੇ ਮਦਦ ਕੀਤੀ ਜਿੱਥੇ ਨਾ ਕਿਤੇ ਕੁਦਰਤੀ ਆਫਤਾਂ ਜਿਹੜੀਆਂ ਉਹ ਆਈਆਂ ਸੀਗੀਆਂ। ਲੇਕਿਨ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਅੱਜ ਜਿਹੜੀ ਸ਼੍ਰੋਮਣੀ ਕਮੇਟੀ ਹੈ ਉਹ ਲੋਕਾਂ ਦੇ ਜਿਹੜੀ ਪੈਮਾਨੇ ਤੇ ਖਰੀ ਨਹੀਂ ਉਤਰ ਰਹੀ। ਨਹੀਂ, ਉਹੀ ਗੱਲ ਹੈ ਨਾ, ਜਦੋਂ ਤੁਸੀਂ ਇੱਕ ਸੰਗਠਨ ਬਣਦਾ, ਉਸ ਸੰਗਠਨ 'ਚ ਜਦੋਂ ਉਹਦਾ ਦਾਇਰਾ ਵਿਸ਼ਾਲ ਹੁੰਦਾ ਹੈ ਤਾਂ ਕਈ ਤਰ੍ਹਾਂ ਦੇ ਐਲੀਮੈਂਟਸ ਜਿਹੜੇ ਹੈ ਉਹਦੇ 'ਚ ਆ ਜਾਂਦੇ ਆ। ਪਰ ਇਹ ਸਾਡਾ ਫਰਜ਼ ਬਣਦਾ ਹੈ ਕਿ ਉਸ ਆਰਗੇਨਾਈਜੇਸ਼ਨ 'ਚ, ਉਸ ਸੰਗਠਨ 'ਚ ਇੱਕ ਇੱਦਾਂ ਦਾ ਮੈਕੈਨਿਜ਼ਮ ਡਿਵੈਲਪ ਹੋਣਾ ਚਾਹੀਦਾ ਜਿਹੜੀਆਂ ਕੁਰੀਤੀਆਂ ਜਾਂ ਜਿਹੜੀਆਂ ਚੀਜ਼ਾਂ ਲੋਕਾਂ ਨੂੰ ਪਸੰਦ ਨਹੀਂ ਜਾਂ ਉਹਨੂੰ
ਮਾਡਰਨਾਈਜੇਸ਼ਨ ਕਰ ਲਈ, ਨਵੇਂ ਸਮੇਂ ਤੋਂ ਉਹਦਾ ਹਾਣ ਦਾ ਬਣਾਉਣ ਲਈ ਇੱਕ ਮੈਕੈਨਿਜ਼ਮ ਜ਼ਰੂਰ ਹੋਣਾ ਚਾਹੀਦਾ ਜਿਹੜਾ ਉਹਨਾਂ ਚੀਜ਼ਾਂ ਨੂੰ ਐਡਰੈਸ ਕਰੇ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਜਿੱਦਾਂ ਸਿਆਸਤ ਮੈਂ ਕਿਹਾ ਭਾਰੂ ਹੋ ਗਈ, ਇੱਕ ਪਰਿਵਾਰ ਦਾ ਦਬਦਬਾ ਹੁੰਦਾ ਬਿਲਕੁਲ ਗਿਆ। ਕਿਹਾ ਹੀ ਜਾਂਦਾ ਵੀ ਜਦੋਂ ਦੇਖੋ ਇੱਕ ਮਿੰਟ ਰਾਣਾ ਜੀ, ਇਹ ਤਾਂ ਗੱਲ ਸਹੀ ਹੈ, ਪਰਿਵਾਰ ਦਾ ਆਪਣੇ ਆਪ ਹੀ ਭਾਰੂ ਹੈਗਾ ਵੀ ਜਦੋਂ ਪਰਚੀ ਕੱਢ ਕੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਚੁਣਿਆ ਜਾਂਦਾ ਹੈ, ਜਿਹੜੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਪਰਚੀ ਤੇ ਨਾਂ ਲਿਖ ਕੇ ਭੇਜਦਾ ਹੈ, ਫਿਰ ਉਹ ਭਾਰੂ ਹੀ ਹੋ ਗਿਆ ਨਾ ਜੀ। ਨਾ ਸਿਰਫ ਚੁਣਿਆ ਜਾਂਦਾ ਜੀ, ਲਾਉਣ ਵੇਲੇ ਵੀ ਜਿਹੜਾ ਹੈ ਉਹ ਵੀ ਕਿਸੇ ਨਾ ਕਿਸੇ ਇੱਕ ਪਰਿਵਾਰ ਦਾ, ਜਿੱਦਾਂ ਕਿਹਾ ਜਾਂਦਾ ਹੈ ਕਿ ਇੱਕ ਪਰਿਵਾਰ ਦਾ ਕਬਜ਼ਾ ਸੀ ਕਿ ਕਿਹਨੂੰ ਮਰਜ਼ੀ ਬਣਾ ਦਈਏ ਤੇ ਕਿਹਨੂੰ ਮਰਜ਼ੀ ਚੱਕ ਕੇ ਲਾ ਦੇਈਏ। ਸੋ ਇਦਾਂ ਦੀਆਂ ਚੀਜ਼ਾਂ ਕਰਕੇ ਜਿਹੜਾ ਹੈ ਲੋਕਾਂ ਦਾ ਵਿਸ਼ਵਾਸ ਜਿਹੜੀ ਹੈ ਇਸ ਸੰਸਥਾ ਦੇ ਪ੍ਰਤੀ ਕਮੀ ਹੈ। ਖੈਰ ਹੁਣ ਵੋਟਾਂ ਆ ਰਹੀਆਂ ਨੇ SGPC ਦੀਆਂ, ਪਤਾ ਨਹੀਂ ਉਸ ਵੇਲੇ ਕੀ ਹੋਏਗਾ, ਲੇਕਿਨ ਇੱਕ ਜ਼ਰੂਰ ਜਿਹੜੀ ਹੈ ਇਸ ਤੋਂ ਸਿੱਖਿਆ ਮਿਲੇਗੀ ਕਿ ਆਉਣ ਵਾਲਾ ਸਮਾਂ ਸ਼੍ਰੋਮਣੀ ਕਮੇਟੀ ਦੇ ਲਈ ਬੜਾ ਜਿਹੜਾ ਪਚੀਦਾ ਹੋਏਗਾ। ਆਉਣ ਵਾਲੇ ਸਮੇਂ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਜਿਹੜੀਆਂ ਉਹਨਾਂ ਦੇ ਸਾਹਮਣੇ ਹੋਣਗੀਆਂ, ਉਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਚੁਣੌਤੀਆਂ ਚੋਂ ਬਾਹਰ ਨਿਕਲਦੀ ਹੈ। ਹੁਣ ਲੈਂਦੇ ਹਾਂ ਅਗਲੀ ਖਬਰ ਜਿਹੜੀ ਹੈ ਸਿਮਰਜੀਤ ਸਿੰਘ ਬੈਂਸ ਨਾਲ ਜੁੜੀ ਹੋਈ। ਦੋਸਤੋ, ਲੋਕ ਇਨਸਾਫ ਪਾਰਟੀ ਸਿਮਰਜੀਤ ਸਿੰਘ ਬੈਂਸ ਨੇ ਬਣਾਈ। ਲਗਾਤਾਰ 3 ਵਾਰ MLA ਬਣਨ ਤੋਂ ਬਾਅਦ ਉਹਨਾਂ ਨੇ ਇੱਕ ਸਾਫ਼ ਸੁਥਰੀ ਜਿਹੜੀ ਹੈ ਉਹ ਸਿਆਸਤ ਸ਼ੁਰੂ ਕੀਤੀ ਸੀ ਤੇ ਉਸ ਸਾਫ਼ ਸੁਥਰੀ ਸਿਆਸਤ ਦੇ ਵਿੱਚ ਕੱਲ ਉਹਨਾਂ ਤੇ ਇੱਕ ਦੋਸ਼ ਲੱਗਿਆ ਹੈ। ਇੱਕ ਔਰਤ ਨੇ ਲੁਧਿਆਣੇ ਦੀ ਨੇ ਉਹਨਾਂ ਤੇ ਦੋਸ਼ ਲਗਾਇਆ ਹੈ ਕਿ ਸਿਮਰਜੀਤ ਸਿੰਘ ਬੈਂਸ ਨੇ ਉਹਨਾਂ ਨਾਲ 1 2 4 5 8 ਵਾਰ ਨਹੀਂ ਬਲਕਿ 12 ਵਾਰ ਬਲਾਤਕਾਰ ਕੀਤਾ ਹੈ। ਸਿਆਸੀ ਦ੍ਰਿਸ਼ ਦੇ ਵਿੱਚ ਕਿਹੋ ਜਿਹੀ ਘਟਨਾ ਦੇਖਦੇ ਤੁਸੀਂ? ਦਾੜਾ ਸਾਹਿਬ, ਸਿਮਰਜੀਤ ਸਿੰਘ ਬੈਂਸ ਜਿੱਦਾਂ ਤੁਸੀਂ ਕਿਹਾ ਕਿ 3 ਵਾਰ ਦੇ MLA ਹੈ ਤੇ ਉਹਨਾਂ ਦੇ ਭਰਾ ਜਿਹੜੇ ਨੇ ਉਹ ਵੀ MLA ਨੇ, ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਨੇ। ਸੋ ਸਿਆਸੀ ਤੌਰ ਤੇ ਅਸਰ ਰਸੂਖ ਵਾਲੇ ਇਨਸਾਨ ਨੇ। ਬਿਲਕੁਲ ਅੱਜ ਕੱਲ੍ਹ ਉਹ ਜਿਹੜੇ ਹੈ ਪੰਜਾਬ ਅਧਿਕਾਰ ਯਾਤਰਾ ਕੱਢ ਰਹੇ ਨੇ, ਜਿਹਦਾ ਮਕਸਦ ਇਹ ਹੈ ਕਿ ਪੰਜਾਬ ਤੋਂ ਜਿਹੜਾ ਪਾਣੀ ਬਾਕੀ ਸੂਬਿਆਂ ਨੂੰ ਜਾਂਦਾ ਹੈ ਉਹਨਾਂ ਦੀ ਰਾਇਲਟੀ ਵਾਸਤੇ ਉਹਨਾਂ ਨੇ ਇੱਕ ਤਰੱਦਦ ਜਾਂ ਉਪਰਾਲਾ ਸ਼ੁਰੂ ਕੀਤਾ, ਇੱਕ ਨਾਅਰਾ ਦਿੱਤਾ ਕਿ ਪੰਜਾਬ ਨੂੰ ਜਿਹੜਾ ਹੈ ਉਹ ਰਾਇਲਟੀ ਦੇ ਰੂਪ 'ਚ ਜਿਹੜਾ ਹੈ ਬਾਕੀ ਸੂਬਿਆਂ ਤੋਂ ਪੈਸੇ ਲੈਣੇ ਚਾਹੀਦੇ ਆ। ਇਹ ਇਸ ਔਰਤ ਨੇ ਉਹਨਾਂ ਤੇ ਇਲਜ਼ਾਮ ਲਾਇਆ ਹੈ ਕਿ ਉਹ ਉਹਨਾਂ ਦਾ ਸਰੀਰਕ ਸ਼ੋਸ਼ਣ ਕਰਦਾ ਰਿਹਾ। ਬਿਲਕੁਲ, ਜੇ ਅਜਿਹਾ ਕੋਈ ਇਲਜ਼ਾਮ ਲੱਗਦਾ ਹੈ, ਚਾਹੇ ਉਹ ਵਿਅਕਤੀ ਕਿੱਡੇ ਵੱਡੇ ਸਿਆਸੀ ਅਹੁਦੇ ਤੇ ਹੋਏ, ਉਹਦੀ ਜਿਹੜੀ ਹੈ ਤਹਿਕੀਕਾਤ ਹੋਣੀ ਚਾਹੀਦੀ ਤੇ ਜੇ ਉਹ ਦੋਸ਼ੀ ਹਨ ਤਾਂ ਉਹਨਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ। ਬਿਲਕੁਲ। ਤੇ ਪੀੜਤ ਨੂੰ ਜਿਹੜਾ ਹੈ ਇਨਸਾਫ ਮਿਲਣਾ ਚਾਹੀਦਾ ਤੇ ਖਾਸ ਕਰਕੇ ਕਿਉਂਕਿ ਔਰਤ ਦੀ ਇੱਜ਼ਤ ਮਾਣ ਦਾ ਮਾਮਲਾ ਹੈ, ਇਹਦੇ ਜਿਹੜੀ ਹੈ ਪ੍ਰਾਇੋਰਟੀ ਹੋਣੀ ਚਾਹੀਦੀ ਹੈ। ਪਰ ਇਹ ਦੋਵਾਂ ਪਾਸਿਆਂ ਤੋਂ ਹੁੰਦਾ ਹੈ ਕਿ ਕਈ ਵਾਰ ਸਿਆਸੀ ਅਸਰ ਰਸੂਖ ਵਾਲੇ ਵਿਅਕਤੀ ਆਪਣੇ ਅਧਿਕਾਰ ਦਾ, ਆਪਣੀ ਪਾਵਰ ਦਾ ਇਸਤੇਮਾਲ ਕਰਕੇ ਆਪਣੇ ਕਿਸੇ ਨਾ ਕਿਸੇ ਜਿਹੜਾ ਹੈ ਢੰਗ ਤਰੀਕੇ ਨਾਲ ਆਪਣੇ ਵਿਰੋਧੀਆਂ ਨੂੰ ਵੀ ਦਬਾਉਂਦੇ ਆ ਤੇ ਆਪਣਾ ਪ੍ਰਭਾਵ ਦਾ ਇਸਤੇਮਾਲ ਕਰਕੇ ਕੋਈ ਨਾ ਕੋਈ ਫਾਇਦਾ ਚੱਕਣ ਦਾ ਕਿਸੇ ਨਾ ਤਰ੍ਹਾਂ ਦੀ ਕੋਸ਼ਿਸ਼ ਕਰਦੇ ਆ। ਭਾਰਤੀ ਸਿਆਸਤ ਦੀ ਪਰੰਪਰਾ ਹੈ, ਭਾਰਤੀ ਸਿਆਸਤ ਦਾ ਇੱਕ ਰੂਪ ਹੈ। ਬਿਲਕੁਲ। ਤੇ ਦੂਜੇ ਪਾਸੇ ਇਹ ਵੀ ਹੈ ਕਿ ਆਪਣੇ ਸਿਆਸੀ ਵਿਰੋਧੀਆਂ ਨੂੰ ਦਬਾਉਣ ਲਈ ਜੀ ਕਈ ਤਰ੍ਹਾਂ ਦੇ ਹੱਥਕੰਡੇ ਜਿਹੜੇ ਹੈ ਉਹ ਸਿਆਸਤਦਾਨਾਂ ਵੱਲੋਂ ਵਰਤੇ ਜਾਂਦੇ ਆ। ਉਹਨਾਂ 'ਚੋਂ ਕਈ ਵਾਰ ਝੂਠੇ ਮੁਕੱਦਮੇ ਦਰਜ ਕਰਾਉਣਾ ਵੀ ਸ਼ਾਮਲ ਹੁੰਦਾ ਹੈ। ਅਸੀਂ ਅਕਸਰ ਕਹਿੰਦੇ ਹਾਂ ਕਿ ਪੰਜਾਬ ਭਾਰਤ ਦੇ ਜਿਹੜੇ ਹੈ ਪਾਰਲੀਮੈਂਟੇਰੀਅਨ ਹੈ ਜਾਂ ਉਹ ਲੈਜਿਸਲੇਟਿਵ ਅਸੈਂਬਲੀਆਂ 'ਚ ਵਿਅਕਤੀ ਬੈਠੇ ਨੇ, ਉਹਨਾਂ ਤੇ ਮੁਕੱਦਮੇ ਬਹੁਤ ਦਰਜ ਨੇ। ਉਹਦਾ ਇੱਕ ਕਾਰਨ ਇਹ ਹੁੰਦਾ ਹੈ ਕਿ ਜਿਹੜੀ ਸਰਕਾਰ ਹੁੰਦੀ ਹੈ ਉਹ ਆਪਣੇ ਸਿਆਸੀ ਵਿਰੋਧੀਆਂ ਤੇ ਝੂਠੇ ਸੱਚੇ ਮੁਕੱਦਮੇ ਜਿਹੜੇ ਹੈ ਉਹ ਦਰਜ ਕਰਵਾਉਂਦੇ ਰਹਿੰਦੇ ਆ। ਬਿਲਕੁਲ। ਸੋ ਇਸ ਮਾਮਲੇ ਸੱਚਾਈ ਕੀ ਹੈ, ਇਹ ਤਾਂ ਇੱਥੇ TV ਸਟੂਡੀਓ 'ਚ ਬਹਿ ਕੇ ਸਾਡੇ ਲਈ ਕਹਿਣਾ ਬੜਾ ਮੁਸ਼ਕਿਲ ਹੈ। ਅਸੀਂ ਚਾਹੁੰਦੇ ਇਹ ਹੈ ਕਿ ਪੀੜਤ ਨੂੰ ਇਨਸਾਫ ਮਿਲਣਾ ਚਾਹੀਦਾ, ਪਰ ਜੇ ਸਾਡਾ ਕਾਨੂੰਨ ਵਿਵਸਥਾ ਕਈ ਵਾਰ ਇੱਦਾਂ ਦੀ ਹੈ ਕਿ ਅਸੀਂ ਨਿਆਂ ਲੈਣ ਦੀ ਬਜਾਏ ਇਹ ਚਾਹੁੰਦੇ ਹਾਂ ਕਿ ਕਿਸ ਦੂਜੇ ਵਿਅਕਤੀ ਨੂੰ ਨਿਆਂ ਲੈਣ ਦੀ ਜਿਹੜੀ ਪ੍ਰਕਿਰਿਆ ਹੈ ਉਹ ਆਪਣੇ ਆਪ ਵਿੱਚ ਬੜੀ ਕਸ਼ਟਦਾਇਕ ਹੁੰਦੀ ਕਿ ਤੁਸੀਂ ਕਚਹਿਰੀਆਂ 'ਚ ਜਾਓ, ਤੁਹਾਡੀਆਂ ਜਿਹੜੀਆਂ ਕਹਿੰਦੇ ਜੁੱਤੀਆਂ ਘਸ ਜਾਂਦੀਆਂ। ਸੋ ਇਸ ਵਾਸਤੇ ਵੀ ਕਈ ਵਾਰ ਮੁਕੱਦਮੇਬਾਜ਼ੀ ਜਿਹੜੀ ਹੈ ਉਹ ਹੁੰਦੀ ਹੈ। ਸੋ ਮੁਕੱਦਮੇਬਾਜ਼ੀ ਹੁੰਦੀ। ਮੈਂ ਇੱਕ ਗੱਲ ਹੋਰ ਕਰਾਂ ਵੀ ਤੁਸੀਂ ਇੱਕ ਗੱਲ ਬਹੁਤ ਕਹੀ ਹੈ ਵੀ ਕਈ ਵਾਰ ਨਜਾਇਜ਼ ਜਿਹੜੇ ਹੈ ਉਹ ਜਬਰ ਜਨਾਹ ਦੇ ਜਿਹੜੇ ਮੁਕੱਦਮੇ ਉਹ ਵੀ ਦਰਜ ਕੀਤੇ ਜਾਂਦੇ ਤਾਂ ਕਿ ਆਪਣੇ ਸਿਆਸੀ ਨੂੰ ਥੱਲੇ, ਜਿਹੜਾ ਵਿਰੋਧੀ ਸਿਆਸਤਦਾਨ ਹੈ ਉਹਨੂੰ ਥੱਲੇ ਕੀਤਾ ਜਾਵੇ। ਇਸ ਦੇ ਵਿੱਚ ਕਮ ਸੇ ਕਮ ਇਹ ਤਾਂ ਦੇਖਣਾ ਵੀ ਇਹੀ ਔਰਤ ਨੇ 2 ਮਹੀਨੇ ਪਹਿਲਾਂ ਵੀ ਇੱਕ ਬਿਲਡਰ ਦੇ ਉੱਤੇ ਸੇਮ ਇਲਜ਼ਾਮ ਲਗਾਏ ਸੀਗੇ। ਉਸ ਦੀ ਪ੍ਰਿਸ਼ਠਭੂਮੀ ਵੀ ਜਿਹੜੀ ਆ ਉਹ ਦੇਖਣੀ ਚਾਹੀਦੀ ਹੈ। ਅਗਰ ਕੋਈ ਇਸ ਦੇ ਉੱਤੇ ਨਿਆਂ ਲੈਣਾ ਹੈ, ਪੁਲਿਸ ਨੂੰ ਜਿਹੜੀ ਆਪਣੀ ਜਾਂਚ ਪੜਤਾਲ ਕਰਨੀ ਹੈ ਔਰ ਪੂਰਾ ਵੈਰੀਫਿਕੇਸ਼ਨ ਸਿਮਰਜੀਤ ਸਿੰਘ ਬੈਂਸ ਬਾਰੇ ਵੀ ਹੋਣੀ ਚਾਹੀਦੀ ਵੀ ਉਹਨਾਂ ਦਾ ਕਰੈਕਟਰ ਕੀ ਹੈ, ਕੀ ਉਹਨਾਂ ਨਾਲ ਤਾਂ ਬਹੁਤ ਸਾਰੀਆਂ ਔਰਤਾਂ ਕੰਮ ਕਰਦੀਆਂ ਹੋਣਗੀਆਂ। ਅੱਜ ਤੁਸੀਂ 1 ਵਾਰ 2 ਵਾਰ 4 ਵਾਰ ਤੁਹਾਡੇ ਨਾਲ ਹੋਇਆ ਹੋਵੇ ਤਾਂ ਤੁਸੀਂ ਕਹਿ ਰਹੇ ਹੋ 12 ਵਾਰ ਮੇਰੇ ਨਾਲ ਉਸਨੇ ਬਲਾਤਕਾਰ ਕੀਤਾ, ਜਿਹੜਾ ਆਪਣੇ ਆਪ ਦੇ ਵਿੱਚ ਹੀ ਉਹ ਮਤਲਬ ਇੱਕ ਸ਼ੰਕਾ ਜਿਹੜੀ ਹੈ ਉਹ ਕ੍ਰੀਏਟ ਕਰ ਰਿਹਾ। ਦੇਖੋ ਜੀ, ਇਹ ਮਾਮਲੇ ਇੱਦਾਂ ਦੇ ਜਿਹਦੇ 'ਚ TV ਸਟੂਡੀਓ 'ਚ ਬਹਿ ਕੇ ਅਸੀਂ ਬਹੁਤਾ ਕੁਝ ਨਹੀਂ ਕਹਿ ਸਕਦੇ ਕਿਉਂਕਿ ਇਹ ਕਿਸੇ ਨਾ ਕਿਸੇ ਔਰਤ ਦੀ ਇੱਜ਼ਤ ਆਬਰੂ ਨਾਲ ਜੁੜਿਆ ਹੋਇਆ ਮਾਮਲਾ ਹੈ। ਬਿਲਕੁਲ। ਤੇ ਇਹਦਾ ਅਸੀਂ ਇਹ ਚਾਹੁੰਦੇ ਹਾਂ ਕਿ ਮੀਡੀਆ ਟਰਾਇਲ ਵੀ ਨਹੀਂ ਹੋਣਾ ਚਾਹੀਦਾ।
ਅਕਸਰ ਨੂੰ ਇਹ ਦੇਖਣਾ ਕਾਨੂੰਨ ਦਾ ਫਰਜ਼ ਹੈ, ਅਦਾਲਤਾਂ ਦਾ ਫਰਜ਼ ਹੈ ਕਿ ਇਹਦੇ 'ਚ ਸੱਚਾਈ ਕਿੰਨੀ ਕੀ ਹੈ ਬਿਲਕੁਲ। ਤੇ ਪਰ ਇੱਕ ਜਿਹੜਾ ਸਿਆਸੀ ਵਿਅਕਤੀ ਹੁੰਦਾ ਇਹ ਉਹਦੇ ਬਹੁਤ ਵੱਡਾ ਦਾਗ ਹੁੰਦਾ ਕਿ ਕੋਈ ਉਹਨੂੰ ਕਹਿ ਦੇ ਕਿ ਇਹਨੇ ਮੇਰੇ ਨਾਲ ਆਹ ਧੋਖਾਧੜੀ ਜਾਂ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਹੈ। ਸਿਆਸੀ ਵਿਅਕਤੀ ਨੇ ਕਿਉਂਕਿ ਹਰ ਦੂਜੇ ਤੀਜੇ ਚੌਥੇ ਪੰਜਵੇਂ ਸਾਲ ਜਿਹੜਾ ਲੋਕ ਕਚਹਿਰੀ 'ਚ ਜਾਣਾ ਪੈਂਦਾ, ਉਹਨੂੰ ਉਹਦੇ ਪ੍ਰਤੀ ਜਵਾਬਦੇਹ ਹੋਣਾ ਪੈਂਦਾ। ਪਰ ਜੇ ਕੋਈ ਵਿਅਕਤੀ ਝੂਠਾ ਇਲਜ਼ਾਮ ਲਾ ਕੇ ਕਿ ਚਲੋ ਜੀ ਅੱਜ ਇਲਜ਼ਾਮ ਲਗਾ ਦਿਓ ਤੇ ਹਿਟ ਐਂਡ ਰਨ ਮੈਥਡ ਕਹਿੰਦੇ, ਇਲਜ਼ਾਮ ਲਗਾ ਦਿਓ, ਇਹਦੀ ਛਵੀ ਖਰਾਬ ਕਰ ਦਿਓ ਤੇ ਉਹ ਤੋਂ ਬਾਅਦ ਦੇਖਾਂਗੇ ਕੀ ਬਣਦਾ, ਜਿੱਦਾਂ ਤੁਸੀਂ ਕਿਹਾ ਬਾਅਦ 'ਚ ਮਾਫੀ ਮੰਗ ਲਾਂਗੇ। ਸੋ ਇਹ ਜਿਹੜਾ ਰੁਝਾਨ ਹੈ ਇਹ ਵੀ ਗਲਤ ਹੈ, ਇਦਾਂ ਨਹੀਂ ਹੋਣਾ ਚਾਹੀਦਾ। ਅਦਾਲਤ ਦਾ ਕੰਮ ਹੈ ਦੇਖਣਾ ਕਿ ਉਹ ਵਿਅਕਤੀ ਕਿੰਨਾ ਕੁ ਸੱਚਾ ਹੈ। ਜੇ ਉਹ ਝੂਠਾ ਤੇ ਬਾਅਦ 'ਚ ਉਹਦੀ ਵੀ ਜਿਹੜੀ ਹੈ ਉਹ ਖਬਰਸਾਰ ਹੋਣੀ ਚਾਹੀਦੀ ਜੀ, ਹੋਣੀ ਚਾਹੀਦੀ ਹੈ ਬਿਲਕੁਲ। ਇਹ ਹੁਣ ਸਮਾਂ ਦੱਸੇਗਾ ਕਿ ਜਿਸ ਔਰਤ ਨੇ ਉਹਨਾਂ ਤੇ ਇਲਜ਼ਾਮ ਲਗਾਏ ਨੇ ਉਹ ਕਿੰਨੇ ਕੁ ਸੱਚੇ ਨੇ, ਤੇ ਸਿਮਰਜੀਤ ਸਿੰਘ ਬੈਂਸ ਹੀ ਦੱਸ ਸਕਦੇ ਨੇ ਤੇ ਜਾਂ ਫਿਰ ਉਹ ਪੁਲਿਸ ਦੱਸੇਗੀ ਜਿਹੜੀ ਜਾਂਚ ਪੜਤਾਲ ਦੇ ਵਿੱਚ ਹੋਈ ਹੈ। ਦਾਵੜਾ ਸਾਹਿਬ ਇਹ ਵੀ ਹੈ ਕਿ ਕਈ ਵਾਰ ਸਰਕਾਰਾਂ ਡਬਲ ਸਟੈਂਡਰਡ ਵੀ ਅਪਣਾਉਂਦੀਆਂ ਕਿ ਅੱਜ ਤੁਸੀਂ ਕਿਸੇ ਸੱਤਾਧਾਰੀ ਵਿਅਕਤੀ ਹੈ ਜਿਹੜਾ ਉਹਦਾ ਐਮਐਲਏ ਉਹ ਤੇ ਇਲਜ਼ਾਮ ਲਾ ਕੇ ਦੇਖੋ ਤੇ ਪੁਲਿਸ ਜਾਓ ਕਿ ਆਹ ਇਹਨੇ ਸਾਡੇ ਨਾਲ ਕੀਤਾ ਹੈ ਤੇ ਤੁਹਾਡਾ ਤਾਂ ਮੁਕੱਦਮਾ ਵੀ ਨਹੀਂ ਦਰਜ ਹੋਣਾ। ਤੁਹਾਡੀ ਈਵਨ ਐਪਲੀਕੇਸ਼ਨ ਲੈਣ ਤੋਂ ਵੀ ਕਈ ਵਾਰ ਥਾਣੇਦਾਰ ਮੁਨਕਰ ਹੋ ਜਾਂਦਾ। ਪਰ ਜੇ ਤੁਸੀਂ ਵਿਰੋਧੀ ਪਾਰਟੀ ਤੇ ਕਿਸੇ ਨਾ ਕਿਸੇ ਤਰ੍ਹਾਂ ਇਲਜ਼ਾਮ ਲਾਓ ਤਾਂ ਮੁਕੱਦਮਾ ਜਦੇ ਦਰਜ ਹੋ ਜਾਂਦਾ ਤੇ ਗ੍ਰਿਫਤਾਰੀ ਵੀ ਜਦੇ। ਲੇਕਿਨ ਪੂਰੀ ਛਾਣਬੀਣ ਜਿਹੜੀ ਆ ਉਹੀ ਗੱਲ ਆ ਕਿ ਨਾ ਉਹ ਜ਼ਰੂਰੀ ਹੈ ਹਰ ਇੱਕ ਮਾਮਲੇ ਵਿੱਚ ਹੋਣ ਦੀ, ਚਾਹੇ ਉਹ ਕਿੱਡਾ ਹੀ ਵੱਡਾ ਵਿਅਕਤੀ ਕਿਉਂ ਨਾ ਹੋਵੇ। ਹੁਣ ਲੈਂਦੇ ਆ ਦੋਸਤੋ ਖਬਰ ਜਿਸ ਨੇ ਮੈਂ ਪੰਜਾਬ ਹੀ ਨਹੀਂ ਕਹਾਂਗਾ ਬਲਕਿ ਭਾਰਤ ਨੂੰ ਹੀ ਸੋਚਣ ਦੇ ਵਿੱਚ ਮਜਬੂਰ ਕੀਤਾ ਹੋਇਆ ਹੈ। ਰੋਜ਼ਾਨਾ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਐਕਸੀਡੈਂਟ ਦੇ ਨਾਲ ਜਾਨਾਂ ਜਾ ਰਹੀਆਂ ਨੇ। 15 ਜਾਨਾਂ ਦਾ ਪੰਜਾਬ ਦੇ ਵਿੱਚ ਹੀ ਕਿਹਾ ਜਾਂਦਾ ਹੈ ਕਿ ਰੋਜ਼ਾਨਾ 24 ਘੰਟੇ ਦੇ ਵਿੱਚ ਜਿਹੜੀਆਂ ਉਹ ਚਲੀ ਜਾਂਦੀਆਂ ਨੇ ਐਕਸੀਡੈਂਟ ਰਾਹੀਂ। 450 ਦਾ ਅੰਕੜਾ ਬਣਦਾ, ਮਹੀਨੇ ਦਾ ਤਕਰੀਬਨ 5000 ਦਾ ਅੰਕੜਾ ਬਣਦਾ ਹੈ। ਪੂਰੇ ਸਾਲ ਦੇ ਵਿੱਚ ਉਹ ਜਾਨਾਂ ਨਜਾਇਜ਼ ਹੀ ਅਜਾਈਂ ਚਲੀ ਜਾਂਦੀਆਂ ਨੇ। ਬੀਤੇ ਕੱਲ ਵੀ ਅਸੀਂ ਦੇਖਿਆ ਕਿ ਸੰਗਰੂਰ ਦੇ ਸੁਨਾਮ ਰੋਡ ਦੇ ਉੱਤੇ ਇੱਕ ਕਾਰ ਹਾਦਸਾ ਹੋ ਗਿਆ ਟੈਂਕਰ ਦੇ ਨਾਲ, ਜਿਸ ਦੇ ਵਿੱਚ ਕਾਰ ਨੂੰ ਅੱਗ ਲੱਗ ਗਈ ਤੇ ਉਸ ਦੇ ਵਿੱਚ ਹੀ 5 ਨੌਜਵਾਨ ਦੋਸਤ ਜੜ ਕੇ ਸੁਆਹ ਹੋ ਗਏ, ਮਰ ਗਏ, ਆਪਣੀ ਜਾਨ ਤੋਂ ਹੱਥ ਧੋ ਬੈਠੇ। ਬੜੀ ਦਰਦਨਾਕ ਹਾਦਸਾ ਹੈ। ਲੇਕਿਨ ਇਸ ਤਰ੍ਹਾਂ ਦੇ ਹਾਦਸੇ ਅੱਜ ਮਤਲਬ ਐਕਸੀਡੈਂਟ ਤੋਂ ਬਾਅਦ ਕਾਰਾਂ ਨੂੰ ਅੱਗ ਲੱਗਣ ਦੇ ਹਾਦਸੇ ਪਿਛਲੇ ਹਫ਼ਤੇ 10 ਦਿਨ ਦੇ ਵਿੱਚ ਹੀ, ਪਹਿਲੇ ਹੁਸ਼ਿਆਰਪੁਰ ਦੇ ਵਿੱਚ ਅਸੀਂ ਦੇਖਿਆ ਸੀ ਇੱਕ ਵਕੀਲ ਆਪਣੀ ਅਸਿਸਟੈਂਟ ਨਾਲ ਹੋ ਜਾਂਦਾ ਹੈ, ਫਿਰ ਕਿਤੇ ਇੱਕ ਦੰਪਤੀ ਹੋਰ ਮਰ ਜਾਂਦਾ ਇਸੇ ਤਰ੍ਹਾਂ ਦਾ। ਇੱਕ ਲੜਕਾ ਚੰਡੀਗੜ੍ਹ ਦੇ ਵਿੱਚ ਗੁਰਦਾਸਪੁਰ ਤੋਂ ਆਇਆ ਸੀ, ਉਹਦੀ ਸੜ ਕੇ ਐਕਸੀਡੈਂਟ ਹੋ ਗਈ। ਪਰ ਇਹ ਬਹੁਤ ਜ਼ਿਆਦਾ ਐਕਸੀਡੈਂਟ ਜਿਹੜੇ ਆ ਉਹ ਹੋ ਰਹੇ ਆ ਔਰ ਅਜਾਈਂ ਜਿਹੜੀਆਂ ਇਹ ਜਾਨਾਂ ਜਾ ਰਹੀਆਂ ਨੇ। ਦੇਖੋ ਜਿਨ੍ਹਾਂ ਦੀਆਂ ਜਾਨਾਂ ਗਈਆਂ ਸਾਡੀ ਉਹਨਾਂ ਨਾਲ ਹਮਦਰਦੀ ਹੈ, ਉਹਨਾਂ ਦੇ ਪਰਿਵਾਰ ਨਾਲ। ਪਰ ਜਿੱਦਾਂ ਤੁਸੀਂ ਕਿਹਾ ਕਿ ਐਕਸੀਡੈਂਟ ਰੇਟ ਭਾਰਤ ਜਿਹੜਾ ਹੈ ਬਹੁਤ ਜ਼ਿਆਦਾ ਹੈ। ਬਿਲਕੁਲ। ਤੇ ਖਾਸ ਕਰਕੇ ਇਹਨਾਂ ਦਿਨਾਂ 'ਚ ਜਦੋਂ ਮੌਸਮ ਜਿਹੜਾ ਹੈ ਉਹ ਉਹਦੀ 'ਚ ਵਿਜ਼ਿਬਿਲਿਟੀ ਵੀ ਘੱਟ ਜਾਂਦੀ ਹੈ। ਬਿਲਕੁਲ। ਵਿਆਹ ਸ਼ਾਦੀਆਂ ਦੇ ਸਮਾਗਮ ਵੀ ਜ਼ਿਆਦਾ ਹੁੰਦੇ ਆ, ਉਹਦੇ 'ਚ ਜਿਹੜੀ ਹੈ ਟ੍ਰੈਫਿਕ ਡੈਂਸਿਟੀ ਵੀ ਵੱਧ ਜਾਂਦੀ ਹੈ। ਸੋ ਟ੍ਰੈਫਿਕ ਰੇਟ ਜਿਹੜਾ ਹੈ, ਐਕਸੀਡੈਂਟ ਰੇਟ ਇਹਨਾਂ ਦਿਨਾਂ 'ਚ ਜਾ ਕੇ ਜਿਹੜਾ ਹੈ ਉਹ ਵੱਧ ਜਾਂਦਾ। ਬਿਲਕੁਲ। ਭਾਰਤ 'ਚ ਜੇ ਅਸੀਂ ਦੇਖੀਏ ਤਾਂ ਭਾਰਤ ਜਿਹੜੇ ਬਾਕੀ ਵਿਕਸਿਤ ਮੁਲਕ ਹੈ ਉਹਨਾਂ ਨਾਲੋਂ ਕਾਫੀ ਪਿੱਛੇ ਹੈ ਐਕਸੀਡੈਂਟ ਘਟਾਉਣ ਦੇ ਲਈ। ਮੇਰੇ ਖਿਆਲ 'ਚ 1 ਲੱਖ ਦੇ ਕਰੀਬ 17% ਦੇ ਕਰੀਬ ਜਿਹੜੀ ਹੈ ਸਾਡੀ ਦਰ ਹੈ ਐਕਸੀਡੈਂਟ ਰੇਟ ਦੀ, ਜਦੋਂ ਕਿ ਵਿਕਸਿਤ ਦੇਸ਼ਾਂ 'ਚ ਉਹ 24% ਦੇ ਬਰਾਬਰ ਹੈ। ਤੇ ਹਰ ਰੋਜ਼ 377 ਦੇ ਕਰੀਬ ਵਿਅਕਤੀ ਜਿਹੜੇ ਉਹ ਮੌਤ ਦੇ ਸ਼ਿਕਾਰ ਹੁੰਦੇ ਆ ਐਕਸੀਡੈਂਟ ਨਾਲ। ਬਿਲਕੁਲ। ਤੇ ਇਹਦੇ 'ਚ ਜ਼ਿਆਦਾਤਰ ਜੋ NCRB ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜੇ ਦਾਵੜਾ ਸਾਹਿਬ ਦੱਸਦੇ ਨੇ ਕਿ ਜ਼ਿਆਦਾਤਰ ਜਿਹੜੇ ਐਕਸੀਡੈਂਟ ਹੈ ਜਿਹਦੇ 'ਚ ਫੈਟਿਲਿਟੀ ਹੁੰਦੀ ਹੈ ਉਹ ਹੁੰਦੀ ਹੈ 2 ਵੀਲਰਸ ਦੀ। 25% ਦੇ ਕਰੀਬ ਜਿਹੜੇ ਲੋਕ ਮਰਦੇ ਆ ਉਹ 2 ਵੀਲਰਸ ਵਾਲੇ ਹੁੰਦੇ ਆ। ਤੇ ਕਾਰਨ ਹੈ ਜਿਹੜੇ ਉਹਦੇ 'ਚ ਉਹਨਾਂ ਦੀ ਉਮਰ ਵੀ ਕਿਹਾ ਜਾਂਦਾ ਵੀ 30 ਤੋਂ 35 ਸਾਲ ਤੱਕ ਜਿਹੜੇ ਮਰਦੇ ਨੇ ਇਹਦੇ ਵਿੱਚ ਉਹ ਸਾਰੇ ਐਕਸੀਡੈਂਟ ਜਿਹੜੇ ਮਰ ਰਹੇ ਉਹਨਾਂ ਦੀ ਏਜ ਵੀ ਇੱਕ ਏਜ ਗਰੁੱਪ ਜਿਹੜਾ ਉਹ 25 ਤੋਂ 35 ਸਾਲ ਵਾਲਾ ਜਾਂਦਾ। ਉਹਦਾ ਕਾਰਨ ਇਹ ਹੈ ਕਿ ਇੱਕ ਤਾਂ ਇਹ ਵਰਗ ਜਿਹੜਾ ਹੈ ਉਹ ਓਵਰ ਸਪੀਡ ਤੇ ਚੱਲਦਾ ਹੈ, ਕਿਉਂਕਿ ਉਹਨਾਂ 'ਚ ਇੱਕ ਫਿਤਰਤ ਹੁੰਦੀ, ਆਦਤ ਹੁੰਦੀ ਹੈ। ਓਵਰ ਸਪੀਡ ਬਹੁਤ ਵੱਡਾ ਕਾਰਨ ਹੈ ਇੱਕ ਜਿਹੜਾ ਐਕਸੀਡੈਂਟਸ ਦਾ। ਦੂਜਾ ਸਾਡਾ ਇਨਫਰਾਸਟਰਕਚਰ ਇੱਦਾਂ ਦਾ ਹੈ ਕਿ ਸੜਕਾਂ ਇੰਨੀਆਂ ਸਾਫ ਸੁਥਰੀਆਂ ਜਾਂ ਚੌੜੀਆਂ ਜਾਂ ਖੁੱਲੀਆਂ ਨਹੀਂ ਹੈ ਕਿ ਉਹ ਐਕਸੀਡੈਂਟ ਨੂੰ ਘਟਾ ਸਕਣ। ਟ੍ਰੈਫਿਕ ਡੈਂਸਿਟੀ ਬਹੁਤ ਜ਼ਿਆਦਾ ਹੈ ਤੇ ਕਾਨੂੰਨਾਂ ਦੀ ਪਾਲਣਾ ਅਸੀਂ ਕਿੰਨਾ ਕੁ ਕਰਦੇ ਹਾਂ ਉਹ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਚੰਡੀਗੜ੍ਹ ਐਂਟਰ ਹੋਣਾ ਹੁੰਦਾ ਅਸੀਂ ਸੀਟ ਬੈਲਟ ਦਾ ਉਦੋਂ ਇਸਤੇਮਾਲ ਕਰਦੇ ਹਾਂ। ਰਾਤ ਨੂੰ ਟਿੱਪਰ ਦਾ ਇਸਤੇਮਾਲ ਵੀ ਅਸੀਂ ਚੰਡੀਗੜ੍ਹ ਜਾ ਕੇ ਕਰਦੇ ਹਾਂ, ਇੱਥੇ ਤਾਂ ਘੱਟ ਵੱਧ ਹੀ ਕਰਦੇ ਹਾਂ। ਸੋ ਇਹ ਬਹੁਤ ਵੱਡੇ ਕਾਰਨ ਹੈ ਜਿਹਦੇ ਨਾਲ ਜਾਨੀ ਨੁਕਸਾਨ ਵੀ ਹੁੰਦਾ ਹੈ, ਮਾਲੀ ਨੁਕਸਾਨ ਵੀ ਹੁੰਦਾ ਹੈ ਐਕਸੀਡੈਂਟਾਂ ਨਾਲ। ਤੇ ਸਭ ਤੋਂ ਵੱਡਾ ਕਾਰਨ ਹੈ ਕਿ ਸਾਡੇ ਜਿਹੜਾ ਹੈਲਥ ਸਿਸਟਮ ਹੈ ਉਹ 'ਤੇ ਬੜਾ ਪ੍ਰੈਸ਼ਰ ਕ੍ਰੀਏਟ ਹੁੰਦਾ ਹੈ ਜੀ, ਕਿ ਤੁਸੀਂ ਕਿਸੇ ਨੂੰ ਲੈ ਕੇ ਹਸਪੀਟਲ ਜਾਓ, ਪਹਿਲਾਂ ਉਹਨੂੰ ਪ੍ਰਾਇੋਰਟੀ 'ਤੇ ਡੀਲ ਕਰਨਾ ਪੈਂਦਾ, ਬਾਕੀ ਮਰੀਜ਼ਾਂ ਦਾ ਜਿਹੜਾ ਹੈ ਖਿਆਲ ਛੱਡ ਕੇ ਉਹਨਾਂ ਨੂੰ ਡੀਲ ਕਰਨਾ ਪੈਂਦਾ। ਹੈਲਥ ਸਿਸਟਮ 'ਤੇ ਵੀ ਬਹੁਤ ਬੜਾ ਪ੍ਰੈਸ਼ਰ ਕ੍ਰੀਏਟ ਕਰਦੇ ਆ। ਸੋ ਇਹਨਾਂ ਦਿਨਾਂ 'ਚ ਇੱਕ ਤਾਂ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। ਡਰੰਕ ਡਰਾਈਵਿੰਗ ਜਾਂ ਕੋਈ ਨਾ ਕੋਈ ਕਿਸੇ ਤਰ੍ਹਾਂ ਦਾ ਨਸ਼ਾ ਲੈ ਕੇ ਜਿਹੜਾ
ਸੜਕ ਤੇ ਵਹੀਕਲ ਚਲਾਉਣਾ ਉਹ ਆਪਣੇ ਲਈ ਵੀ ਖਤਰਨਾਕ ਹੈ ਤੇ ਅਸੀਂ ਦੂਜਿਆਂ ਦੇ ਜਾਨਾਂ ਨੂੰ ਵੀ ਜਿਹੜਾ ਹੈ ਉਹਦੇ 'ਚ ਪਾਉਂਦੇ ਹਾਂ। ਸਰਕਾਰ ਕੋਸ਼ਿਸ਼ ਕਰ ਰਹੀ ਆ, ਮੋਟਰ ਵਹੀਕਲ ਐਕਟ ਨੂੰ ਅਮੈਂਡ ਵੀ ਪਿੱਛੇ ਜੇ ਕੀਤਾ ਗਿਆ, ਕਾਨੂੰਨ ਸਜ਼ਾਵਾਂ ਵੀ ਸਖਤ ਕੀਤੀਆਂ ਗਈਆਂ, ਪਰ ਅਜੇ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ। ਨਹੀਂ ਉਹ ਤਾਂ ਦੇਖੋ, ਇਹ ਤਾਂ ਸਹੀ ਗੱਲ ਹੈ ਵੀ ਉਹ ਸਾਰਾ ਕੁਝ ਜੋ ਹੁੰਦਾ ਸਿਰਫ ਕਿਤਾਬਾਂ 'ਚ ਹੁੰਦਾ, ਇੰਪਲੀਮੈਂਟ ਨਹੀਂ ਹੁੰਦਾ। ਅੱਜ ਵੀ ਅਸੀਂ ਦੇਖਦੇ ਹਾਂ ਸਾਡੇ ਏਰੀਆ ਦੇ ਵਿੱਚ ਜਿਹੜੀ ਮੈਕਸਿਮਮ ਮਾਈਨਿੰਗ ਹੁੰਦੀ ਹੈ, ਕਿਹਾ ਜਾਂਦਾ ਮਾਈਨਿੰਗ ਬੰਦ ਹੈ ਜੀ, ਲੇਕਿਨ 3000 ਟਰੱਕ ਓਵਰਲੋਡਡ ਹੋ ਕੇ ਰੋਜ਼ ਜਿਹੜੇ ਆਨੰਦਪੁਰ ਸਾਹਿਬ ਤੋਂ ਆਲੇ ਦੁਆਲੇ ਜਾ ਰਹੇ ਆ ਉਹ ਮਾਈਨਿੰਗ ਦੇ ਵਿੱਚ ਸਮਾਨ ਲੈ ਕੇ, ਉਹਨਾਂ ਨਾਲ। ਔਰ ਮੇਰੇ ਹਿਸਾਬ ਦੇ ਵਿੱਚ ਰੋਜ਼ਾਨਾ ਇੱਕ ਅੱਧਾ ਜਿਹੜਾ ਐਕਸੀਡੈਂਟ ਹੁੰਦਾ ਔਰ ਕੋਈ ਨਾ ਕੋਈ ਆਪਣੀ ਜਾਨ ਤੋਂ ਹੱਥ ਗਵਾ ਬੈਠਦਾ ਹੈ। ਦੇਖੋ ਜੀ, ਉਹਦੇ ਨਾਲ ਜਾਨਾਂ ਵੀ ਜਾਂਦੀਆਂ, ਉਹਦੇ ਨਾਲ ਸਾਡਾ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਵੀ ਖਰਾਬ ਹੁੰਦਾ ਹੈ। ਤੇ ਜ਼ਿਆਦਾਤਰ ਟ੍ਰੈਫਿਕ ਪੁਲਿਸ ਵੀ ਅਸੀਂ ਦੇਖਿਆ ਕਿ ਉਹਨਾਂ ਦਾ ਮਕਸਦ ਜਿਹੜਾ ਹੈ ਕੁਝ ਹੋਰ ਹੁੰਦਾ, ਜਿਹੜੇ ਉਹ ਖੜੇ ਹੁੰਦੇ ਉਹਨਾਂ ਦਾ ਮਕਸਦ ਇਹ ਨਹੀਂ ਹੁੰਦਾ ਕਿ ਅਸੀਂ ਟ੍ਰੈਫਿਕ ਨੂੰ ਸਟ੍ਰੀਮਲਾਈਨ ਕਰਨਾ ਜਾਂ ਇਹ ਦੇਖੀਏ ਕਿ ਟ੍ਰੈਫਿਕ ਦੇ ਨਿਯਮਾਂ ਦੀ ਕੋਈ ਉਲੰਘਣਾ ਤਾਂ ਨਹੀਂ ਕਰਦਾ। ਸਿਰਫ ਤੁਹਾਡੇ ਮੇਰੇ ਵਰਗਾ ਜਿਹੜਾ ਕੋਈ ਜਾ ਰਿਹਾ ਵਿਚਾਰਾ, ਕੋਈ ਸਕੂਟਰ ਮੋਟਰਸਾਈਕਲ ਵਾਲਾ, ਕੋਈ ਆਪਣਾ ਸਮਾਨ ਲੱਦੀ, ਕੋਈ ਖੇਤੀਬਾੜੀ ਵਾਲਾ ਜਾਂ ਕੋਈ ਹੋਰ ਤਰ੍ਹਾਂ ਦਾ ਸਮਾਨ, ਤੁਸੀਂ ਰੇੜੇ ਵਾਲਾ ਵਿਚਾਰਾ ਜਾ ਰਿਹਾ ਹੁੰਦਾ ਉਹਨੂੰ ਤਾਂ ਰੋਕ ਲੈਣਗੇ, ਲੇਕਿਨ ਹੈਲਮਟ ਤੋਂ ਬਗੈਰ ਜਾ ਰਿਹਾ ਉਹਨੂੰ ਨਹੀਂ ਰੋਕਣਗੇ। ਤੁਸੀਂ ਪਿੱਛੇ ਜੇ ਖਬਰਾਂ ਦੇਖੀ ਹੋਣੀ ਦਾਵੜਾ ਜੀ ਕਿ ਇੱਕ ਰੇੜੇ ਵਾਲੇ ਤੇ ਜਿਹੜਾ ਉਹ ਮਾਈਨਿੰਗ ਦਾ ਪਰਚਾ ਦਰਜ ਦੇ ਕੇ ਰੇੜੇ ਵਾਲਾ ਅੰਦਰ ਕੀਤਾ ਗਿਆ। ਪਰ ਜਿਹੜੇ ਇਹ ਸਭ ਕੁਝ ਚੱਲੀ ਜਾਂਦਾ ਸੜਕ ਤੇ, ਇਹ ਫਿਰ ਕੌਣ ਕਹੇ ਵੀ ਰਾਣੀ ਤੂੰ ਅੱਗਾ ਟੱਕ, ਇਹਨਾਂ ਨੂੰ ਕਹਿਣ ਵਾਲਾ ਕੋਈ ਨਹੀਂ। ਲੇਕਿਨ ਕਿਤੇ ਨਾ ਕਿਤੇ ਦੋਸਤੋ ਸੋਚਣਾ ਪਏਗਾ, ਕਿਉਂਕਿ ਇੱਕ ਗੁਜ਼ਾਰਿਸ਼ SDTV ਪ੍ਰਾਈਮ ਵੱਲੋਂ ਵੀ ਅਸੀਂ ਕਰ ਦਈਏ ਕਿ ਸਰਦੀਆਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਤੇ ਫੌਗ ਦਾ ਜਿਹੜਾ ਹੈ ਉਹ ਵੀ ਦੌਰ ਸ਼ੁਰੂ ਹੋ ਜਾਏਗਾ। ਤੇ ਦੋਸਤੋ ਅਗਰ ਤੁਸੀਂ ਕਿਤੇ ਬਾਹਰ ਜਾਂਦੇ ਹੋ ਤਾਂ ਆਪਣੀ ਸਿਹਤ ਦਾ ਤੇ ਆਪਣਾ ਤੇ ਆਪਣੇ ਬੱਚਿਆਂ ਦਾ ਖਿਆਲ ਰੱਖ ਕੇ ਹੀ ਬਾਹਰ ਨਿਕਲਣਾ। ਜਾਨ ਹੈ ਤਾਂ ਜਹਾਨ ਹੈ। ਰਾਣਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਦੋਸਤੋ ਤੁਹਾਡਾ ਵੀ ਕਰਦੇ ਹੋਏ ਧੰਨਵਾਦ ਹੁਣ ਲੈਂਦੇ ਆ ਗਿਆ। ਪਰ ਅਖੀਰ ਦੇ ਵਿੱਚ ਬੇਨਤੀ ਉਹੀ ਹੈ ਕਿ SDTV ਪ੍ਰਾਈਮ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਸਬਸਕ੍ਰਾਈਬ ਕਰਨ ਤੋਂ ਬਾਅਦ ਘੰਟੀ ਵਾਲਾ ਬਟਨ ਜਿਹੜਾ ਹੈ ਉਹ ਜ਼ਰੂਰ ਦਬਾ ਦਿਓ। ਹੁਣ ਦਿਓ ਆ ਗਿਆ। ਨਮਸਕਾਰ।